ਕੀ ਹੋਇਆ ਇਹੋ ਜਿਹਾ ਕਿ ਪਿਛਲੀ ਵਾਰ ਇਲੈਕਸ਼ਨ ਹਾਰ ਗਏ ਸੀ ਔਰ ਹੁਣ ਤਾਂ ਤੁਸੀਂ ਦਿਨ ਰਾਤ ਇੱਕ ਕੀਤਾ ਹੋਇਆ। ਰਿਲੀਜੀਅਸ ਧਾਰਮਿਕ ਸੰਸਥਾ ਨੇ ਸਾਰਿਆਂ ਨੂੰ ਪਤਾ ਹੈ ਪੰਜਾਬ 'ਚ ਅਕਾਲੀ ਦਲ ਦੇ ਹੱਕ 'ਚ ਉਹਨਾਂ ਨੇ ਫਤਵਾ ਦਿੱਤਾ ਸੀ, ਫੈਸਲਾ ਕਰਤਾ ਸੀ। ਤਜਰਬੇ ਕੀਤੇ ਮੇਰੇ ਵਿਰੋਧੀਆਂ ਨੇ, ਮੇਰੀ ਆਪਦੀ ਪਾਰਟੀ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਮੇਰੇ ਵਿਰੋਧੀ ਸੀਗੇ, ਦੂਜਿਆਂ ਨੇ ਤਾਂ ਹੋਣਾ ਹੀ ਸੀ। ਕੰਮ ਲੈ ਕੇ ਜਾ ਰਹੇ ਸੀਗੇ ਲੋਕਾਂ ਦੇ ਵਿੱਚ, ਕੰਮ ਕਿਹੜੇ ਕਿਹੜੇ ਕੀਤੇ? ਮੋٹے-ਮੋٹے 5 ਕੰਮ ਗਿਣਾ ਦਿਓ ਮੈਨੂੰ ਤੁਸੀਂ। ਐਜੂਕੇਸ਼ਨ ਦੇ 10 ਤੋਂ 12 ਕਾਲਜ ਇੰਸਟੀਟਿਊਸ਼ਨ ਲਿਆਂਦੇ। ITI ਮੈਂ ਬਣਾਈ, ਬਨਾਰਸੀ ਵੀ ਬਣਾਈ, ਖਨੌਰੀ ਵੀ ਬਣਾਈ, ਡਿਗਰੀ ਕਾਲਜ ਵੀ ਮੈਂ ਬਣਾਇਆ ਆਪਣਾ ਮੁਨਕ ਦੇ ਵਿੱਚ। ਵਿਕਾਸ ਦੀ ਪਰਿਭਾਸ਼ਾ ਕੀ ਹੈ? ਤੁਸੀਂ ਐਕਸ ਚੀਫ ਮਿਨਿਸਟਰ ਹੋ, ਵਿਕਾਸ ਦੀ ਪਰਿਭਾਸ਼ਾ ਬੀਬੀ ਰਜਿੰਦਰ ਕੌਰ ਭੱਠਲ ਹੋਣਾ ਦੇ ਮੁਤਾਬਕ ਕੀ ਹੈ? ਇੱਥੋਂ ਰੁਜ਼ਗਾਰ ਮਿਲ ਸਕੇ। ਜਿਵੇਂ ਮੈਂ ਇੰਜੀਨੀਅਰਿੰਗ ਕਾਲਜ ਬਣਾਇਆ ਸੀਗਾ ਲਹਿਰਾ ਵਿਖੇ, ਉਹ ਇੰਜੀਨੀਅਰਿੰਗ ਕਾਲਜ ਢੀਂਡਸਾ ਜੀ ਨੇ 10 ਸਾਲਾਂ ਵਿੱਚ ਦਵਾਨੀ ਨਹੀਂ ਉਸ ਦਿੱਤੀ, ਸਾਡਾ ਬੰਦ ਹੋਣ ਤਾਈਂ ਗਿਆ, ਸਾਡੀ ਤਨਖਾਹਾਂ ਨਹੀਂ ਮਿਲਦੀਆਂ। ਅੱਜ ਮੈਂ ਪਹਿਲੀ ਕਿਸ਼ਤ 5 ਕਰੋੜ ਦੀ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਹੀ ਪਹਿਲੀ ਵਾਰ ਕਿਸ਼ਤ ਪਾਉਣ ਦੀ ਗੱਲ ਕੀਤੀ ਸੀ, ਉਹਨੂੰ ਮੈਂ ਹੀ ਚਲਾਇਆ ਬੰਦ ਹੋਣ ਵਾਲੇ ਨੂੰ। ਉਹ ਇਹ ਇਲੈਕਸ਼ਨ ਜਿੱਤ ਗਏ, MLA ਬਣ ਗਏ, ਉਹਨਾਂ ਦੋਨਾਂ ਪਿੰਡਾਂ 'ਚੋਂ ਤੁਸੀਂ ਜਾ ਕੇ ਕਿਤੇ ਪੁੱਛਿਓ, ਪੈਸਾ ਵਾਪਸ ਕਰਾਇਆ ਇਹਨਾਂ ਨੇ ਕਿ ਹੁਣ ਤਾਂ ਇਲੈਕਸ਼ਨ ਹੋ ਗਈ, ਪੈਸਾ ਜਿਹੜਾ ਮੈਂ ਦਿੱਤਾ ਸੀਗਾ ਮੇਰਾ ਪੈਸਾ ਵਾਪਸ ਕਰਾਓ। ਪੈਸਾ ਵਾਪਸ ਕਰਾਇਆ ਢੀਂਡਸਾ ਜੀ ਨੇ। ਬੀਜੇਪੀ 'ਚ ਜਾਣ ਦੇ ਨਾਲ ਤੁਹਾਨੂੰ ਲੱਗਦਾ ਫਾਇਦਾ ਮਿਲੂਗਾ ਇਹਨਾਂ ਨੂੰ? ਕਿੰਨੀਆਂ ਸੀਟਾਂ ਦੇਖਦੇ ਹੋ ਬੀਜੇਪੀ ਕੈਪਟਨ ਢੀਂਡਸਾ? ਇਹਨਾਂ ਦਾ ਇੰਨਾ ਭਾਰੀ ਹੋਣਾ ਹੈ ਕਿ ਇਹਨਾਂ ਦਾ ਵਜੂਦ ਹੀ ਖਤਮ ਹੋ ਜਾਣਾ ਰਾਜ ਸੀ, ਕਿਉਂਕਿ ਲੋਕ ਨਾ ਤਾਂ ਬੀਜੇਪੀ ਦੇ ਵਿੱਚ ਮੋਦੀ ਨੂੰ ਦੇਖ ਕੇ ਰਾਜੀ ਹੈ, ਨਾ ਉਹ ਲੋਕ ਇਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਨੂੰ। ਇਹ ਕਹਿੰਦੇ ਸੀ ਢੀਂਡਸਾ ਪਰਿਵਾਰ ਕਿ ਅਸੀਂ ਬੇਅਦਬੀ ਦਾ ਫੈਸਲਾ ਨਹੀਂ ਹੋਇਆ 1.5 ਸਾਲ 'ਚ ਤਾਂ ਛੱਡਿਆ ਅਕਾਲੀ ਸੁਖਬੀਰ ਬਾਦਲ ਦਾ। ਇਸ ਕਰਕੇ ਅੱਜ ਇਹਨਾਂ ਨੇ ਉਦੋਂ ਵੱਡੀ ਬੇਅਦਬੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾ ਲਏ। ਉਦੋਂ ਕਹਿੰਦੇ ਸੀ ਪਰਮਿੰਦਰ ਢੀਂਡਸੇ ਦੇ ਫਾਦਰ ਸੁਖਦੇਵ ਢੀਂਡਸਾ ਮੈਨੂੰ ਪਦਮ ਸ਼੍ਰੀ ਦਿੱਤਾ। ਮੈਂ ਹਰ ਵਾਰ ਤੁਹਾਡੇ ਰਾਹੀਂ ਵੀ ਲੋਕਾਂ ਹੋਰਾਂ ਨਾਲ ਵੀ ਚੈਨਲਾਂ ਨਾਲ ਕਹਿੰਦੀ ਹਾਂ ਕਿ ਇਹ ਤਾਂ ਪੁੱਛ ਲਓ ਪਦਮ ਸ਼੍ਰੀ ਕਿਹੜੇ ਬਾਰਡਰ 'ਤੇ ਲੜੇ ਸੀ। ਉਹ ਪਦਮ ਸ਼੍ਰੀ ਨਹੀਂ, ਉਹ ਸਾਈ ਫੜਾਈ ਸੀ ਕਿ ਤੁਸੀਂ ਸਾਡੇ ਨਾਲ ਰਲੋਗੇ, ਤੁਹਾਨੂੰ ਅਸੀਂ ਆਹ ਦੇ ਦਿਆਂਗੇ, SGPC ਦੇ ਦਿਆਂਗੇ, ਤੁਹਾਨੂੰ ਅਸੀਂ ਮਿਨਿਸਟਰੀ ਦੇ ਦਿਆਂਗੇ। ਇਲੈਕਸ਼ਨ ਦੀ ਕੈਂਪੇਨਿੰਗ ਚੱਲ ਰਹੀ ਹੈ ਔਰ ਆਪੋ ਆਪਣੇ ਹਲਕਿਆਂ ਦੇ ਵਿੱਚ ਜਾ ਰਹੇ ਨੇ ਉਮੀਦਵਾਰ। ਸਾਡੇ ਨਾਲ ਬੀਬੀ ਰਜਿੰਦਰ ਕੌਰ ਭੱਠਲ ਨੇ ਜੋ ਕਿ ਆਪਣੇ ਹਲਕੇ ਦੇ ਵਿੱਚ ਕੈਂਪੇਨਿੰਗ ਕਰ ਰਹੇ ਨੇ ਔਰ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਸਵਾਲ ਹੋਣਗੇ ਕਿ ਆਖਰ ਲਗਾਤਾਰ ਜਿੱਤਦੇ ਆ ਰਹੇ ਸੀ, ਪਿਛਲੀ ਵਾਰ ਹਾਰੇ ਕਿਉਂ? ਕੀ ਕੰਮ ਲੋਕਾਂ ਦੇ ਨਹੀਂ ਹੋ ਪਾਏ ਸੀ ਜਾਂ ਫਿਰ ਵਜ੍ਹਾ ਕੀ ਰਹੀ, ਜਾਂ ਫਿਰ ਲੋਕ ਨਵਾਂ ਬਦਲਾਅ ਚਾਹੁੰਦੇ ਸੀ? ਬੀਬੀ ਰਜਿੰਦਰ ਕੌਰ ਭੱਠਲ ਸਾਡੇ ਨਾਲ ਨੇ, ਸਾਬਕਾ ਮੁੱਖ ਮੰਤਰੀ। ਬੀਬੀ ਜੀ ਸਵਾਗਤ ਹੈ ਪ੍ਰੋ ਪੰਜਾਬੀ। ਹਾਂਜੀ, ਬਹੁਤ ਧੰਨਵਾਦ ਤੁਹਾਡਾ। ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਲੋਕਾਂ ਨੇ ਬਹੁਤ ਪਿਆਰ ਦਿੱਤਾ, ਜਿੱਤੇ ਤੁਸੀਂ, ਲਗਾਤਾਰ ਜਿੱਤਦੇ ਰਹੇ ਇੱਥੋਂ। ਕੀ ਹੋਇਆ ਇਹੋ ਜਿਹਾ ਕਿ ਪਿਛਲੀ ਵਾਰ ਇਲੈਕਸ਼ਨ ਹਾਰ ਗਏ ਸੀ ਔਰ ਹੁਣ ਤਾਂ ਤੁਸੀਂ ਦਿਨ ਰਾਤ ਇੱਕ ਕੀਤਾ ਹੋਇਆ, ਤੜਕੇ ਹੀ ਪਹੁੰਚ ਜਾਂਦੇ ਹੋ ਕੈਂਪੇਨਿੰਗ ਵਾਸਤੇ? ਦੇਖੋ, ਮੈਨੂੰ ਹਰਾਉਣ ਵਾਸਤੇ ਬਹੁਤ ਵਾਰ ਇਹਨਾਂ ਨੇ ਆਪਣੇ ਉਮੀਦਵਾਰ ਬਦਲੇ, ਕਦੇ ਚੰਦੂ ਮਾਜਰਾ ਜੀ ਲਿਆਂਦੇ, ਕਦੇ ਕੋਈ ਹੋਰ ਲਿਆਂਦੇ, ਕਦੇ ਇਸ ਵਾਰ ਪਰਮਿੰਦਰ ਢੀਂਡਸੇ ਨੂੰ ਲੈ ਕੇ ਆਏ ਸੀ, ਹੁਣ ਆਪਣਾ ਲੌਂਗੋਵਾਲ ਨੂੰ ਲੈ ਕੇ ਆਏ ਨੇ, ਜਿਹੜਾ ਉਹਨਾਂ ਦਾ ਹੁੰਦਾ ਸੀ ਨੇੜੇ ਵਾਲਾ ਲੌਂਗੋਵਾਲ। ਇਸ ਕਰਕੇ ਇਹ ਮੈਨੂੰ ਹਰਾ ਨਹੀਂ ਸਕੇ, ਮੇਰੇ ਵਿਰੋਧੀ ਜਿਹੜੇ ਹਰਾਉਣਾ ਚਾਹੁੰਦੇ ਸੀ। ਲੇਕਿਨ ਪਿਛਲੀ ਵਾਰ ਜਿਹੜੀ ਹਾਰ ਦਾ ਕਾਰਨ ਮੇਰੇ ਹਲਕੇ ਦੇ ਲੋਕ ਨਹੀਂ ਹੈ, ਮੇਰੇ ਵੋਟਰ ਨਹੀਂ ਹੈ ਇਕੱਲੇ। ਉਹਦੇ ਵਿੱਚ ਇਹੀ ਕਾਰਨ ਬਣਿਆ ਕਿ ਮੇਰਾ ਜਿਹੜਾ ਹਲਕਾ ਹੈ ਉਹ 75% ਹਰਿਆਣੇ ਦੇ ਬਾਰਡਰ ਦੇ ਵਿੱਚ ਹੀ ਆ ਜਾਂਦਾ ਹੈ। ਸਾਡੇ ਸਾਰੇ ਤੋਂ ਇਹ ਮੰਡੀਆਂ ਤੋਂ ਇਹ ਸਾਰੇ ਪਿੰਡ ਆ ਜਾਂਦੇ ਨੇ। ਉੱਥੇ ਸਾਡੇ ਇੱਕ ਰਿਲੀਜੀਅਸ ਧਾਰਮਿਕ ਸੰਸਥਾ ਨੇ, ਸਾਰਿਆਂ ਨੂੰ ਪਤਾ ਹੈ ਪੰਜਾਬ 'ਚ ਅਕਾਲੀ ਦਲ ਦੇ ਹੱਕ 'ਚ ਉਹਨਾਂ ਨੇ ਫਤਵਾ ਦਿੱਤਾ ਸੀ, ਫੈਸਲਾ ਕਰਤਾ ਸੀ। ਪੰਜਾਬ ਦੇ ਨਾਲੋਂ ਕਿਉਂਕਿ ਬਾਰਡਰ ਹੋਣ ਕਰਕੇ ਸਭ ਤੋਂ ਵੱਧ 25-26 ਹਜ਼ਾਰ ਵੋਟ ਮੇਰੇ ਇਸ ਹਲਕੇ 'ਚ ਹੈਗੀ ਹੈ, ਜਿਹੜੀ ਆਪਣੇ ਉਸ ਹੁਕਮ ਦੇ ਉਸ ਫੈਸਲੇ ਦੇ ਮੁਤਾਬਕ ਮੇਰੇ ਖਿਲਾਫ ਤੇ ਉਹਨਾਂ ਦੇ ਜਿਹੜੇ ਹੈਗੇ ਸੀ ਹੱਕ 'ਚ ਪੈ ਗਈ ਹੈ। ਇਸ ਕਰਕੇ ਜਿਹੜੀ ਹੈਗੀ ਹੈ ਸਾਡੀ ਇਸ ਵਾਰ ਦੀ ਹਾਰ ਦਾ ਜਿਹੜਾ ਹੋਇਆ ਉਹ ਕਾਰਨ ਇਸ ਤਰ੍ਹਾਂ ਹੋ ਗਿਆ, ਜਿਹਦੇ ਕਰਕੇ ਉਹ ਰਿਲੀਜੀਅਸ ਵੋਟ ਜਿਹੜੀ ਕਮਿਟਡ ਅਕਾਲੀ ਦਲ ਦੇ ਹੱਕ 'ਚ ਕੀਤੀ ਹੋਈ ਸੀ ਉਹਦੇ ਕਰਕੇ ਫਰਕ ਪੈ ਗਿਆ। ਵਰਨਾ ਜਿਹੜੇ ਹੈਗੇ ਨੇ ਇਹਨਾਂ ਨੇ ਸਾਰੇ ਤਜਰਬੇ ਕੀਤੇ ਮੇਰੇ ਵਿਰੋਧੀਆਂ ਨੇ, ਮੇਰੀ ਆਪਦੀ ਪਾਰਟੀ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਮੇਰੇ ਵਿਰੋਧੀ ਸੀਗੇ, ਦੂਜਿਆਂ ਨੇ ਤਾਂ ਹੋਣਾ ਹੀ ਸੀ। ਇਹ ਸਾਰਿਆਂ ਨੇ ਜ਼ੋਰ ਲਾ ਲਿਆ, ਇਹ ਉਸ ਵਕਤ ਇਹਨਾਂ ਦੇ ਕਾਮਯਾਬ ਨਹੀਂ ਹੋਏ। ਲੇਕਿਨ ਐਕੀ ਇਹਨਾਂ ਨੇ ਫਾਰਮੂਲਾ ਕਿ ਉਮੀਦਵਾਰ ਵੀ ਬਦਲੋ ਤੇ ਇੱਕ ਐਸੀਆਂ ਵੱਜਵੀਆਂ ਵੋਟਾਂ ਦਾ ਜਿਹੜਾ ਫਤਵਾ ਹੈ ਇਹਨਾਂ ਦੇ ਖਿਲਾਫ ਕਰਾਓ, ਜਿਹਦੇ ਕਰਕੇ ਮਿਲਣਾ ਸਾਨੂੰ ਸੀਟ, ਅਸੀਂ ਇੱਥੋਂ ਹਰਾ ਸਕਦੇ ਹਾਂ ਕਾਂਗਰਸ ਨੂੰ ਤੇ ਦੂਜਿਆਂ ਨੂੰ ਜਿਤਾ ਸਕਦੇ ਹਾਂ ਅਕਾਲੀਆਂ ਨੂੰ। ਤੁਸੀਂ ਕਿਹੜੇ ਕੰਮ ਲੈ ਕੇ ਜਾ ਰਹੇ ਸੀਗੇ ਲੋਕਾਂ ਦੇ ਵਿੱਚ? ਕੰਮ ਕਿਹੜੇ ਕਿਹੜੇ ਕੀਤੇ? ਮੋٹے-ਮੋٹے 5 ਕੰਮ ਗਿਣਾ ਦਿਓ ਮੈਨੂੰ ਤੁਸੀਂ, ਜਿਹੜੇ ਆਪਣੇ ਹਲਕੇ ਦੇ ਲੋਕਾਂ ਵਾਸਤੇ ਕੀਤੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਮੈਂ ਸਬ ਡਿਵੀਜ਼ਨ, BDO ਬਲਾਕ ਤੇ ਜਿਹੜਾ ਆਪਣਾ ਖਨੌਰੀ ਜਿਹੜੀ ਸਬ ਤਹਿਸੀਲ ਬਣਾਉਣਾ, ਇਹ ਵੱਡੇ ਕੰਮ। ਇੱਕ ਮੈਂ ਘੱਗਰ ਦਾ ਸਭ ਤੋਂ ਵੱਡਾ ਕੰਮ, ਜਿੱਥੇ ਇੱਕੋ ਹੀ ਫਸਲ ਹੁੰਦੀ ਸੀ 39 ਪਿੰਡਾਂ ਦੇ ਵਿੱਚ ਇੱਕ ਫਸਲ ਤੇ ਗੁਜ਼ਾਰਾ ਕਰਦੇ ਸੀਗੇ, ਬਹੁਤ ਭੁੱਖਮਰੀ ਸੀ, ਉਹ ਮੈਂ ਘੱਗਰ ਦਾ ਕੰਮ 160-70 ਕਰੋੜ ਦੇ ਨੇੜੇ ਤੇੜੇ ਨਵਾੜ ਤੋਂ ਲਿਆ ਕੇ ਕਰਾਇਆ। ਉਹ ਕੰਮ ਮੇਰਾ ਹੈਗਾ। 7 ਵੱਡੇ ਘੱਗਰ ਦੇ ਪੁਲ
ਸਾਡੀਆਂ ਫਸਲਾਂ ਇੱਕ ਪਾਸੇ ਹੈ, ਲੋਕ ਇੱਕ ਪਾਸੇ ਹੈ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮੈਂ ਉੱਥੇ ਜਾ ਕੇ ਆਪਣੇ 7 ਵੱਡੇ ਪੁਲ ਬਣਾ ਕੇ ਦਿੱਤੇ ਨੇਗੇ ਇਸ ਹਲਕੇ ਦੇ ਵਿੱਚ। ਇਸੇ ਤਰ੍ਹਾਂ ਨਾਲ ਗ੍ਰਿਡ ਮੈਂ 5-6 ਵੱਡੇ ਲਵਾਏ, ਅੱਜ ਵੀ ਖਨੌਰੀ ਦਾ ਇੱਕ ਗ੍ਰਿਡ ਲਵਾਇਆ ਤੇ ਹੋਰ ਗ੍ਰਿਡ ਲਾਏ ਹੈਗੇ ਨੇ। ਇਸੇ ਤਰ੍ਹਾਂ ਦੇ ਨਾਲ ਮੈਂ ਜਿਹੜੇ ਹੈਗੇ ਐਜੂਕੇਸ਼ਨ ਦੇ, ਹੈਲਥ ਦੇ ਤੇ ਐਜੂਕੇਸ਼ਨ ਦੇ 10 ਤੋਂ 12 ਕਾਲਜ ਇੰਸਟੀਚਿਊਸ਼ਨ ਲਿਆਂਦੇ। ITI ਮੈਂ ਬਣਾਈ, ਬਨਾਰਸੀ ਵੀ ਬਣਾਈ, ਖਨੌਰੀ ਵੀ ਬਣਾਈ, ਡਿਗਰੀ ਕਾਲਜ ਵੀ ਮੈਂ ਬਣਾਇਆ ਆਪਣਾ ਮੂਨਕ ਦੇ ਵਿੱਚ। ਇਹ ਸਾਰੇ ਜਿਹੜੇ ਵੱਡੇ ਕੰਮ, ਇੰਜੀਨੀਅਰਿੰਗ ਕਾਲਜ ਬਣਾਇਆ, ਯੂਨੀਵਰਸਿਟੀ ਕੈਂਪਸ ਬਣਾਇਆ, ਇਹ ਮੇਰੇ ਵੱਡੇ ਕੰਮਾਂ ਸ਼ਾਮਲ ਨੇ। ਇਸ ਕਰਕੇ ਜਿਹੜੇ ਉਹ ਕੰਮ ਜਿਹੜੇ ਮੈਂ ਕੀਤੇ ਹੈ ਤੇ ਅੱਜ ਤੱਕ ਮੈਂ ਨਹੀਂ ਸਮਝਦੀ ਕਿ ਕੋਈ ਵੀ ਜਿਹੜਾ ਸਾਡੀ ਕਿਸੇ ਵਿਰੋਧੀ ਪਾਰਟੀ ਦਾ ਬੰਦਾ ਹੈ ਇਹਨਾਂ ਦੇ ਵਿੱਚ ਇੱਕ ਕੰਮ ਵੀ ਗਿਣਾ ਦੇਵੇ। ਮੈਨੂੰ ਆਪਣਾ ਪਰਮਿੰਦਰ ਸਿੰਘ ਢੀਂਡ ਸਾਹਿਬ ਦੇ ਸੁਨਾਮ ਦੇ ਵਿੱਚ ਜਾਂ ਇਸ ਹਲਕੇ ਦੇ ਵਿੱਚ ਜੇ ਮੈਂ 7 ਪੁਲ ਬਣਾਇਆ ਉਹ ਇੱਕ ਪੁਲ ਗਿਣਾ ਦੇਵੇ। ਜੇ ਮੈਂ ਇਹਨੇ 10-12 ਇੰਸਟੀਚਿਊਸ਼ਨ ਬਣਾਏ ਨੇ ਤਾਂ ਉਹ ਇੱਕ ਵੀ ਸਾਡਾ ਇੰਸਟੀਚਿਊਸ਼ਨ ਗਿਣਾ ਦੇ ਜਿਹੜਾ ਮੈਂ ਉਹਨੇ ਬਣਾਇਆ ਹੋਵੇ। ਰੁਜ਼ਗਾਰ ਵਾਸਤੇ ਕੀ ਕੀਤਾ ਤੁਸੀਂ ਆਪਣੇ ਹਲਕੇ ਦੇ ਲੋਕਾਂ ਲਈ? ਇੱਥੇ ਮੈਂ 2 ਵਾਰੀ ਕੋਸ਼ਿਸ਼ ਕੀਤੀ। ਇੱਕ ਵਾਰ ਤਾਂ ਮੈਂ ਕੋਸ਼ਿਸ਼ ਕੀਤੀ ਕਿ ਮੈਂ ਜਿਹੜੇ ਹੈਗੇ ਨੇ ਨਾ ਆਪਣਾ ਆ ਲੈ ਕੇ ਆਉਂ, ਜਿਹੜਾ ਬਿਜਲੀ ਦੇ ਕੀ ਹੁੰਦੇ ਆ ਜਿਹੜੇ ਲੱਗੇ ਆ ਆਪਣੇ ਬਠਿੰਡੇ ਦੇ ਵਿੱਚ ਥਰਮਲ ਲਿਆ ਕੇ, ਤਾਂ ਕਿ 5-7 ਹਜ਼ਾਰ ਦਾ ਸਾਡਾ ਜਿਹੜਾ ਹੈਗਾ ਉਹ ਹੋ ਸਕੇ, ਉੱਥੇ ਅਸੀਂ ਆਪਾਂ ਕਰ ਸਕੀਏ ਥਰਮਲ ਪਲਾਂਟ ਦੇ ਨਾਲ, ਜਿਹੜਾ ਆਪਣਾ ਉਸ ਥਾਂ 'ਤੇ ਜਾ ਕੇ ਥਰਮਲ ਪਲਾਂਟਾਂ ਦੇ ਵਿੱਚ ਅਸੀਂ ਜਾ ਕੇ ਆਪਣੀ ਗੱਲ ਕਰ ਸਕੀਏ, ਰੁਜ਼ਗਾਰ ਦਿਵਾ ਸਕੀਏ ਲੋਕਾਂ ਨੂੰ। ਉਹ ਲਿਆਉਣ ਦੀ ਕੋਸ਼ਿਸ਼ ਕੀਤੀ ਜਿਹੜਾ ਇਹਨਾਂ ਲੋਕਾਂ ਨੇ ਬੰਦ ਕਰਾਇਆ। ਦੂਜਾ ਮੈਂ ਮੰਡਵੀ ਵਿਖੇ ਇੱਕ ਰੇਲ ਕੋਚ ਫੈਕਟਰੀ ਲਵਾਉਣ ਵਾਸਤੇ ਕੋਸ਼ਿਸ਼ ਕੀਤੀ, ਜਿਹਦੇ ਵਿੱਚ 8 ਤੋਂ 10 ਹਜ਼ਾਰ ਤੱਕ ਮੁਲਾਜ਼ਮ ਰੱਖੇ ਜਾਣੇ ਚਾਹੀਦੇ ਸੀ। ਢੀਂਡਸਾ ਜੀ ਕੋਲ ਅਸੀਂ ਬੰਦੇ ਭੇਜੇ ਕਿ ਤੁਹਾਡੇ ਪਿਤਾ ਜੀ ਨੂੰ ਇੰਨੀ ਵਾਰ MP ਇੱਥੋਂ ਜਿਤਾਇਆ ਲੋਕਾਂ ਨੇ, ਤੁਸੀਂ ਸਾਨੂੰ ਆਪਣਾ NOC ਦੇ ਦਿਓ। NOC ਨਹੀਂ ਦਿੱਤਾ, ਕਹਿੰਦੇ ਸਾਨੂੰ ਲੋੜ ਨਹੀਂ, ਹਰਿਆਣੇ 'ਚ ਲੈ ਜਾਓ। ਸੋ ਹੁਣ ਵੀ ਮੈਂ ਇੱਕ ਸਾਡਾ ਪਟਾਲ ਕਲਾਂ ਪਿੰਡ ਹੈ, ਇੱਥੇ ਇੱਕ ਬਹੁਤ ਵੱਡਾ ਬਾਹਰਲੀਆਂ ਕੰਪਨੀਆਂ ਦਾ ਕਾਰਖਾਨਾ ਲਗਵਾ ਰਹੀਆਂ ਜਿਹਨਾਂ ਨੂੰ ਰੁਜ਼ਗਾਰ ਮਿਲੇ। ਸੋ ਮੈਂ ਇੱਥੇ ਜ਼ਿਲ੍ਹਾ ਬਣਾਉਣ ਦਾ ਮੇਰਾ ਹੁਣ ਟੀਚਾ ਨਵਾਂ ਲਹਿਰਾ ਗਾਗਾ ਨੂੰ, ਇਸ ਲਈ ਮੈਂ ਮੂਨਕ ਸਬ ਡਿਵੀਜ਼ਨ ਬਣਾਈ ਸੀਗੀ ਤੇ ਤਾਂ ਕਿ ਆਟੋਮੈਟਿਕਲੀ ਜਿਹੜੀ ਜ਼ਿਲ੍ਹਾ ਜਿੱਥੇ ਬਣਦਾ ਇੱਕ ਸਬ ਡਿਵੀਜ਼ਨ ਉੱਥੇ ਹੋ ਜਾਂਦੀ ਹੈਗੀ। ਇਹ ਬਣਾਉਣਾ ਹੈ। ਇੱਥੇ ਨਿੱਕੇ ਸਾਡੇ ਲੋਕਾਂ ਕੋਲ ਜ਼ਮੀਨਾਂ ਹੈ, ਸਾਰੇ ਅਸੀਂ ਨਿੱਕੇ ਲੋਕਾਂ ਨੂੰ ਜੋੜ ਕੇ ਇੱਥੇ ਇੱਕ ਚੰਗੇ ਕਾਰਖਾਨੇ ਲਾ ਕੇ ਹੋਰ ਵੀ ਰੁਜ਼ਗਾਰ ਸਾਡਾ ਵਧੂਗਾ, ਸਾਡੀ ਆਰਥਿਕਤਾ ਵਧੂਗੀ। ਉਹ ਮੇਰਾ ਟੀਚਾ ਹੈਗਾ। ਇੱਥੇ ਖਨੌਰੀ ਵਿਖੇ ਕਿਉਂਕਿ 15-20 ਕਿਲੋਮੀਟਰ ਪੈ ਜਾਂਦਾ ਇੱਕ ਡਿਗਰੀ ਕਾਲਜ, ਜਿਹੜਾ ਸਮਝਦੇ ਅਸੀਂ ਲੜਕੇ ਲੜਕੀਆਂ ਦਾ ਬਣਵਾਉਣਾ ਹੈ, ਉਹ ਡਿਗਰੀ ਕਾਲਜ ਬਣਾਉਣਾ। ਤੇ ਜਿਵੇਂ ਮੈਂ 2 ਸਬ ਡਿਵੀਜ਼ਨ ਦੇ ਹਸਪੀਟਲ ਲਹਿਰਾ ਤੇ ਮੂਨਕ ਬਣਾਏ ਹੈ, ਉਹ ਇੱਥੇ ਖਨੌਰੀ ਵਾਲੇ ਪਾਸੇ ਅਸੀਂ ਵਧੀਆ ਹਸਪਤਾਲ ਬਣਾ ਕੇ ਔਰ ਇੱਥੇ ਡਿਗਰੀ ਕਾਲਜ ਦੇ ਕੇ ਅਸੀਂ ਇਸ ਤਰ੍ਹਾਂ ਚਾਹੁੰਦੇ ਹਾਂ ਕਿ ਇੱਥੇ ਇੱਕ ਕੋਨੇ ਤੱਕ ਮੈਂ ਪ੍ਰੋ ਦਿਆਂ, ਵੱਡੇ ਕੰਮ ਕਰ ਸਕਾਂ। ਅੰਡਰਗਰਾਊਂਡ ਪਾਈਪਾਂ ਜਿਹੜੀਆਂ ਸਾਡੇ ਲੋਕਾਂ ਦਾ ਮੈਂ ਹੀ ਸ਼ੁਰੂ ਕੀਤਾ ਸੀ ਆਪਣੇ ਸਮੇਂ ਵਿੱਚ, ਇਹ ਵੀ ਨਵਾਂ ਕੰਮ ਹੈ ਜਿਹੜਾ ਪੰਜਾਬ 'ਚ ਨਾ ਮੇਰੇ ਤੋਂ ਪਹਿਲਾਂ ਕੋਈ ਕਰ ਸਕਿਆ, ਉਹਨੂੰ ਮੈਂ ਸ਼ੁਰੂ ਕੀਤਾ ਹੋਇਆ ਹੈ। 21 ਪਿੰਡਾਂ ਦੇ ਕੇਸ ਮੈਂ ਉੱਤੇ ਭੇਜੇ ਹੈ, ਜਿਹਦਾ 9.5 ਕਰੋੜ ਰੁਪਇਆ ਲੱਗਣਾ ਹੈ। ਉਹ ਵੀ ਮੇਰਾ ਮਿਸ਼ਨ ਹੈ ਕਿ ਬਣਦਿਆਂ ਸਾਰ ਇਲੈਕਸ਼ਨ ਤੋਂ ਬਾਅਦ ਮੈਂ ਉਹ ਕੰਮ ਸ਼ੁਰੂ ਕਰਵਾਉਣਾ ਹੈਗਾ ਆਪਣਾ ਲਿਆ ਕੇ। ਇਹ ਮੇਰੇ ਜਿਹੜੇ ਕੰਮ ਮੈਂ ਤੁਹਾਨੂੰ 8-7 ਵੱਡੇ ਗਿਣਾਏ ਹੈ, ਬਾਕੀ ਤਾਂ ਛੋਟੇ ਕੰਮ, ਕੋਈ ਸਟੇਡੀਅਮ, ਕੋਈ ਆਪਣੇ +2 ਜਾਂ ਹੋਰ ਹੈਗੇ ਪਿੰਡਾਂ ਦੇ, ਜਾਂ ਫਿਰਨੀਆਂ, ਜਾਂ ਸਾਰੇ ਸਾਡੇ ਧਰਮ ਸਥਾਨ, ਜਾਂ ਸਾਡੇ ਆਪਣੇ ਉਹਨਾਂ ਨੂੰ ਜਾਣ ਵਾਲੀਆਂ ਸੜਕਾਂ, ਜਾਂ ਸਾਡੀਆਂ ਧਰਮਸ਼ਾਲਾਵਾਂ ਜਿਵੇਂ ਹਮਡਨ ਬਰਾਦਰੀ ਹੈ, ਸਾਰੀਆਂ ਬਰਾਦਰੀਆਂ, ਗਰੀਬ ਬਰਾਦਰੀਆਂ, ਉਹਨਾਂ ਦੀਆਂ ਧਰਮਸ਼ਾਲਾ ਨੂੰ ਪੈਸੇ ਦੇਣੇ, ਉਹ ਤਾਂ ਵੱਖਰੀਆਂ ਚੀਜ਼ਾਂ ਹੈਗੀਆਂ ਜਿਹੜੇ ਅਸੀਂ ਕੀਤੇ ਆ। ਸਕੂਲਾਂ ਨੂੰ ਭੇਜਿਆ, ਹੋਰਾਂ ਨੂੰ ਭੇਜਿਆ, ਮਾਡਰਨ ਸਕੂਲ ਬਣਾਏ। ਮੈਂ ਤੁਹਾਨੂੰ ਬਹੁਤ ਵੱਡੇ ਕੰਮ ਉਹ ਗਿਣਾਏ ਨੇ ਜਿਹੜੇ ਕਦੇ ਕਿਸੇ ਨੇ ਨਹੀਂ ਕੀਤੇ। ਢੀਂਡਸਾ ਹੁਣੀ ਕਹਿੰਦੇ ਕੰਮ ਤਾਂ ਅਸੀਂ ਬਹੁਤ ਕੀਤੇ ਆ, ਕਹਿੰਦੇ ਢੀਂਡਸਾ ਹੋਰਾਂ ਨੇ ਸਿਰਫ ਆਪਣੀ ਇਲੈਕਸ਼ਨ ਦੇ ਵੇਲੇ ਆ ਕੇ ਪਈਆਂ ਦੇ ਵਿੱਚ ਮਾੜੀ ਮੋਟੀ ਜਿਹੜੀ ਮਿੱਟੀ ਜਿਹੜੀ ਜਾਇਜ਼ ਨਜਾਇਜ਼ ਤਰੀਕੇ ਨਾਲ ਪਾਉਣੀ ਬਣਦੀ ਸੀ ਉਹ ਪਾ ਕੇ, ਤਾਜ਼ਾ ਦਿਖਾਤਾ ਪਾ ਕੇ, ਤੇ ਲਾਲਚ ਵੱਡਾ ਦਿੱਤਾ ਸੀਗਾ ਕਿ ਮੈਂ ਜੇ ਆਹ ਦੇਖੋ ਮੈਂ ਤੁਹਾਨੂੰ ਹੁਣ ਵੀ ਤੁਹਾਡੇ ਆ ਖੇਤਾਂ ਨੂੰ ਪਈਆਂ ਵਾਲੀਆਂ 'ਚ ਮਿੱਟੀ ਪਾ ਜਾਂਦਾ, ਇੱਥੇ ਪਾ ਜਾਂਦਾ, ਇੱਥੇ ਸੜਕ ਬਣਾ ਜਾਂਦਾ, ਕਰ ਦੇਣਾ, ਵੋਟਾਂ ਪਾਓ। ਲਾਲਚ ਵੱਡਾ ਦਿੱਤਾ ਸੀ, ਨਾਰਾ ਵੱਡਾ ਦਿੱਤਾ ਸੀਗਾ ਕਿ ਮੈਨੂੰ ਫੇਰ ਜਿਤਾਓ, ਜਿੱਤ ਕੇ ਮੈਂ ਤੁਹਾਡੇ ਫੇਰ ਬੇਸ਼ੁਮਾਰ ਕੰਮ ਕਰੂੰਗਾ। ਤੁਹਾਡੇ ਮੁਤਾਬਕ ਵਿਕਾਸ ਦੀ ਪਰਿਭਾਸ਼ਾ ਕੀ ਹੈ? ਤੁਸੀਂ ਐਕਸ ਚੀਫ ਮਿਨਿਸਟਰ ਹੋ, ਵਿਕਾਸ ਦੀ ਪਰਿਭਾਸ਼ਾ ਬੀਬੀ ਰਜਿੰਦਰ ਕੌਰ ਭੱਠਲ ਹੋਣਾ ਦੇ ਮੁਤਾਬਕ ਕੀ ਹੈ? ਇੱਥੋਂ ਰੁਜ਼ਗਾਰ ਮਿਲ ਸਕੇ। ਜਿਵੇਂ ਮੈਂ ਇੰਜੀਨੀਅਰਿੰਗ ਕਾਲਜ ਬਣਾਇਆ ਸੀਗਾ ਲਹਿਰਾ ਵਿਖੇ, ਉਹ ਇੰਜੀਨੀਅਰਿੰਗ ਕਾਲਜ ਢੀਂਡਸਾ ਜੀ ਨੇ 10 ਸਾਲਾਂ ਵਿੱਚ ਦਵਾਨੀ ਨਹੀਂ ਉਸ ਦਿੱਤੀ, ਸਾਡਾ ਬੰਦ ਹੋਣ ਤਾਈਂ ਗਿਆ, ਸਾਡੀ ਤਨਖਾਹਾਂ ਨਹੀਂ ਮਿਲਦੀਆਂ। ਅੱਜ ਮੈਂ ਪਹਿਲੀ ਕਿਸ਼ਤ 5 ਕਰੋੜ ਦੀ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਹੀ ਪਹਿਲੀ ਵਾਰ ਕਿਸ਼ਤ ਪਾਉਣ ਦੀ ਗੱਲ ਕੀਤੀ ਸੀ, ਉਹਨੂੰ ਮੈਂ ਹੀ ਚਲਾਇਆ ਬੰਦ ਹੋਣ ਵਾਲੇ ਨੂੰ। ਉੱਥੋਂ ਰੁਜ਼ਗਾਰ ਮਿਲਦਾ ਜਦੋਂ ਸਾਡੇ 100-200 ਮੁੰਡਿਆਂ ਨੂੰ ਪਲੇਸਮੈਂਟ ਮਿਲੀ, ਸਾਡੇ 300-400 ਬੰਦਾ ਉੱਥੇ ਮੁਲਾਜ਼ਮ ਰੱਖਿਆ ਵਾ, ਉਹ ਹੁੰਦੀ ਹੈ। ਮੈਂ ਦੇਲਾ ਯੂਨੀਵਰਸਿਟੀ ਕੈਂਪਸ ਬਣਾਇਆ ਸੀ, ਉੱਥੇ ਮੈਂ ਚਾਹੁੰਦੀ ਸੀ ਗੁਰਨੇਕ ਮੈਂ ਯੂਨੀਵਰਸਿਟੀ ਹੈਦਰਾਬਾਦ ਤੋਂ ਬੰਦੇ ਆਏ ਸੀ, ਯੂਨੀਵਰਸਿਟੀ ਬਣਾਉਣਾ ਚਾਹੁੰਦੀ ਜਿੱਥੇ ਹਜ਼ਾਰਾਂ ਦੀ ਗਿਣਤੀ ਰੁਜ਼ਗਾਰ ਮਿਲਦਾ ਹੈ। ਇਹ ਪਰਿਭਾਸ਼ਾ ਹੁੰਦੀ ਹੈ ਜਿਹਦਾ ਵਿਕਾਸ ਵੀ ਹੋਵੇ, ਸਹੂਲਤ ਵੀ ਹੋਵੇ, ਬੱਚੇ ਕਾਬਲ ਬਣਨ ਤੇ ਰੁਜ਼ਗਾਰ ਤੇ ਆਪਣੇ ਪੈਰਾਂ ਤੇ ਖੜੇ ਹੋਣ। ਲੇਕਿਨ ਦੂਜੇ ਪਾਸੇ ਜਿਵੇਂ ਢੀਂਡਸਾ ਜੀ, ਇਹਨਾਂ ਨੇ 2-3 ਪਿੰਡਾਂ ਦੇ ਵਿੱਚ ਜਿਵੇਂ ਲੋਕਾਂ ਨੂੰ ਲਾਰੇ ਦਿੱਤੇ ਸੀਗੇ, ਮੈਂ ਇੱਥੇ ਦਿੰਦਾ 17 ਲੱਖ ਰੁਪਇਆ, ਖਾਨੀ 16 ਲੱਖ ਰੁਪਇਆ ਪਟਾਲ ਪਿੰਡ 'ਚ ਦਿੱਤਾ, ਇੱਕ ਆਲਮਪੁਰ ਦਿੱਤਾ। ਲੇਕਿਨ ਦੁੱਖ ਦੀ ਤੇ ਅਫਸੋਸ ਦੀ ਤੇ ਹੈਰਾਨਗੀ ਦੀ ਗੱਲ ਇਹ ਹੈ, ਜਦੋਂ ਇਹ ਇਲੈਕਸ਼ਨ ਜਿੱਤ ਕੇ MLA ਬਣ ਗਏ, ਉਹਨਾਂ ਦੋਨਾਂ ਪਿੰਡਾਂ 'ਚੋਂ ਤੁਸੀਂ ਜਾ ਕੇ ਕਿਤੇ ਪੁੱਛਿਓ, ਪੈਸਾ ਵਾਪਸ ਕਰਾਇਆ ਇਹਨਾਂ ਨੇ ਕਿ ਹੁਣ ਤਾਂ ਇਲੈਕਸ਼ਨ ਹੋ ਗਈ, ਪੈਸਾ ਜਿਹੜਾ ਮੈਂ ਦਿੱਤਾ ਸੀਗਾ ਮੇਰਾ ਪੈਸਾ ਵਾਪਸ ਕਰਾਓ।
ਪੈਸਾ ਵਾਪਸ ਕਰਾਇਆ ਢੀਂਡਸਾ ਜੀ ਨੇ। ਔਰ ਅੱਜ ਲੋਕਾਂ ਨੇ ਇਹਨਾਂ ਦੇ ਨਾਲ ਉਸੇ ਤਰੀਕੇ ਨਾਲ ਸਜ਼ਾ ਦਿੱਤੀ ਇਹਨਾਂ ਨੂੰ। ਮੰਡਵੀ ਦੇ ਵਿੱਚ ਜਾ ਕੇ ਇਹਨਾਂ ਦੀ ਵਾਈਫ ਹੁਣ, ਕਿਉਂਕਿ ਵੋਟਾਂ ਤੋਂ ਪਹਿਲਾਂ ਆ ਕੇ ਪੈਸੇ ਵੰਡਦੇ ਆ ਵੋਟਾਂ ਲੈਣ ਦੇ ਬਾਰੇ, ਇਸੇ ਗਲਤਫਹਿਮੀ 'ਚ ਲੋਕ ਪਿਛਲੀ ਵਾਰ ਆ ਗਏ ਸੀ ਪੈਸੇ ਵੰਡਦੇ ਆ ਗਾਹਾਂ ਵੀ ਦੇਣਗੇ, ਇਹਨਾਂ ਨੇ ਪਿਛਲੇ ਵੀ ਮੁੜਵਾ ਲਏ। ਐਸੇ ਤਰ੍ਹਾਂ ਨਾਲ ਲੋਕਾਂ ਨੇ ਹੁਣ ਜੋ ਮੰਡਵੀ ਗਏ 2 ਲੱਖ ਦਿੱਤਾ ਗੁਰਦੁਆਰਾ ਸਾਹਿਬ ਵਾਸਤੇ, ਉੱਥੇ ਸਾਰਾ ਪਿੰਡ ਇਕੱਠਾ ਹੋ ਕੇ, ਸਾਰੀ ਕਿਸਾਨ ਯੂਨੀਅਨ ਵੀ, ਪਿੰਡ ਵੀ, ਉਹਨਾਂ ਨੇ ਨਾ 2 ਲੱਖ ਰੁਪਇਆ ਆਪ ਹੀ ਵਾਪਸ ਕੀਤਾ ਪਿੰਡ ਨੇ। ਕਦੇ ਕਿਸੇ ਲੀਡਰ ਦੇ ਨਾਲ ਇੰਨੀ ਮਾੜੀ ਨਹੀਂ ਹੋਈ ਹੋਣੀ। ਉਹ ਦਿੱਤੀ ਗ੍ਰਾਂਟ ਨਾਲ ਲੋਕ ਐਕਸੈਪਟ ਕਰਨ ਕਿ ਵਾਪਸ ਲੈ ਜਾਓ ਗ੍ਰਾਂਟ, ਕਮੇਟੀ ਤੋੜ ਕੇ ਨਵੀਂ ਕਮੇਟੀ ਬਣਾਤੀ ਉੱਥੇ। ਇਸ ਕਰਕੇ ਇਹਨਾਂ ਨੇ ਜੋ ਮੋਦੀ ਦੇ ਨਾਲ ਹੱਥ ਮਿਲਾਇਆ ਉਹਦੇ ਕਰਕੇ ਲੋਕ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ ਚਾਹੁੰਦੇ। ਮੈਂ ਤਾਂ ਦੱਸਦੀ ਹਾਂ ਕਿ ਜਿਹੜੇ ਕੰਮ ਅੱਜ ਕੀਤੇ ਮੈਂ ਹੀ ਕੀਤੇ ਆ, ਉਹਦਾ 1% ਵੀ ਗਿਣਾ ਦੇਣ ਪਰਮਿੰਦਰ ਢੀਂਡਸਾ ਜੀ, ਮੇਰੇ ਨਾਲ ਬਹਿਸ ਕਰ ਲੈਣ ਜਿੱਥੇ ਮਰਜ਼ੀ ਬੈਠ ਕੇ। ਕੰਮ ਮੇਰੇ ਮੂੰਹੋਂ ਬੋਲਦੇ ਆ, ਤੁਸੀਂ ਆਪ ਇੱਥੇ ਆਏ ਹੋ। ਮੈਂ ਚਾਹੁੰਦੀ ਹਾਂ ਸਮਾਂ ਤੁਸੀਂ ਕੱਲਾ ਜਿਹੜਾ ਇੰਸਟੀਚਿਊਸ਼ਨ ਮੈਂ ਨਾਂ ਲਿਆ 8-7 ਇੰਸਟੀਚਿਊਸ਼ਨਾਂ ਜਿਹਨੂੰ ਕਿਤੇ ਕਦੇ ਤੁਸੀਂ ਜਾ ਕੇ ਖੁਦ ਫੋਟੋ ਖਿੱਚ ਕੇ ਦੇਖੋ ਔਰ ਨਾਲ ਲਿਖੋ ਕਿ ਕਿਹਦੇ ਸਮੇਂ ਦੇ ਬਣੇ ਪਏ ਆ। ਢੀਂਡਸਾ ਹੁਣਾਂ ਦੇ ਬੀਜੇਪੀ 'ਚ ਜਾਣ ਦੇ ਨਾਲ ਤੁਹਾਨੂੰ ਲੱਗਦਾ ਫਾਇਦਾ ਮਿਲੂਗਾ ਇਹਨਾਂ ਨੂੰ? ਕਿੰਨੀਆਂ ਸੀਟਾਂ ਦੇਖਦੇ ਹੋ ਬੀਜੇਪੀ ਕੈਪਟਨ ਢੀਂਡਸਾ? ਇਹਨਾਂ ਨੂੰ ਫਾਇਦਾ ਤਾਂ ਕੀ ਮਿਲਣਾ ਸੀ, ਅਜੇ ਜੇ ਕਿਤੇ ਇਕੱਲੇ ਰਹਿੰਦੇ ਸ਼ਾਇਦ ਮਾੜਾ ਮੋਟਾ ਫਾਇਦਾ ਮਿਲ ਜਾਂਦਾ, ਲੋਕਾਂ ਨੂੰ ਹਮਦਰਦੀ ਆ ਜਾਂਦੀ ਜਾਂ ਕਿਸੇ ਭੁਲੇਖੇ 'ਚ ਰਹਿ ਜਾਂਦੇ। ਇਹਨਾਂ ਦਾ ਇੰਨਾ ਭਾਰੀ ਹੋਣਾ ਹੈ ਕਿ ਇਹਨਾਂ ਦਾ ਵਜੂਦ ਹੀ ਖਤਮ ਹੋ ਜਾਣਾ ਰਾਜ ਸੀ, ਕਿਉਂਕਿ ਲੋਕ ਨਾ ਤਾਂ ਬੀਜੇਪੀ ਦੇ ਵਿੱਚ ਮੋਦੀ ਨੂੰ ਦੇਖ ਕੇ ਰਾਜੀ ਹੈ, ਨਾ ਉਹ ਲੋਕ ਇਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਨੂੰ, ਜਿਨ੍ਹਾਂ ਨੇ ਸਮਝਦੇ ਆ ਕਿ ਬੇਅਦਬੀ, ਇਹ ਕਹਿੰਦੇ ਸੀ ਢੀਂਡਸਾ ਪਰਿਵਾਰ ਕਿ ਅਸੀਂ ਬੇਅਦਬੀ ਦਾ ਫੈਸਲਾ ਨਹੀਂ ਹੋਇਆ 1.5 ਸਾਲ 'ਚ ਤਾਂ ਛੱਡਿਆ ਅਕਾਲੀ ਸੁਖਬੀਰ ਬਾਦਲ ਦਾ। ਇਸ ਕਰਕੇ ਅੱਜ ਇਹਨਾਂ ਨੇ ਉਦੋਂ ਵੱਡੀ ਬੇਅਦਬੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾ ਲਏ, ਜਿਨੇ ਆਪਣਾ ਦਮਦਮਾ ਸਾਹਿਬ 5ਵੇਂ ਤਖ਼ਤ ਦੇ ਉੱਤੇ ਗੁਟਕਾ ਸਾਹਿਬ ਚੱਕ ਕੇ ਝੂਠੀ ਸਹੁੰ ਖਾ ਕੇ ਮੁੱਕਰ ਗਿਆ, ਅੱਜ ਉਹਦੇ ਨਾਲ ਰਲੇ ਨੇ। ਇਸ ਕਰਕੇ ਇਹ ਤਿੰਨੇ ਪਾਰਟੀਆਂ ਦਾ ਸਿਆਸੀ ਅੰਤ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਮੋਦੀ ਦਾ ਵੀ ਇਸ ਪੰਜਾਬ 'ਚ, ਤੇ ਕੈਪਟਨ ਦਾ ਵੀ, ਤੇ ਢੀਂਡਸਿਆਂ ਦਾ ਵੀ। ਇਹ ਦਲ ਬਦਲੂ ਲੋਕ ਨੇ, ਪਾਰਟੀਆਂ ਬਦਲਦੇ ਆ, ਹਲਕੇ ਬਦਲਦੇ ਆ, ਆਪਣੇ ਖੜੇ ਲੋਕਾਂ ਦੇ ਨਾਲ ਬਦਲ ਕੇ, ਜਿਵੇਂ ਕਹਿੰਦੇ ਆ ਕਿਸਾਨਾਂ ਦਾ ਅਸੀਂ ਬੜਾ ਫਾਇਦਾ ਕਰਾ ਦਿਆਂਗੇ, ਪੰਜਾਬ ਦਾ ਫਾਇਦਾ ਕਰਾ ਦਿਆਂਗੇ। ਇਹਨਾਂ ਨੂੰ ਪੁੱਛੋ, ਜੇ ਤੁਹਾਨੂੰ ਮਾੜੀ ਮੋਟੀ ਹਮਦਰਦੀ ਹੁੰਦੀ ਤੁਸੀਂ ਵੋਟਾਂ ਤੋਂ ਪਹਿਲਾਂ ਕਰਵਾ ਕੇ ਆਉਂਦੇ। ਜੇ ਇੰਨੀ ਸ਼ਕਤੀ ਰੱਖਦੇ ਹੋ ਕਿ ਮੋਦੀ ਤੁਹਾਡੀ ਗੱਲ ਮੰਨਦਾ ਹੈ, 1.5 ਸਾਲ ਤੱਕ ਕਿਉਂ 850-700 ਤੋਂ ਬਾਅਦ ਲੋਕਾਂ ਨੂੰ ਸ਼ਹੀਦ ਹੋਣਾ ਪਿਆ? ਕੈਪਟਨ ਤਾਂ ਕਹਿੰਦੇ ਮੈਂ ਕਰਾਇਆ, ਕਹਿੰਦੇ ਉਹਨਾਂ ਦੇ ਟਵੀਟ ਆਉਣੇ ਸ਼ੁਰੂ ਹੋ ਗਏ। ਇਹਨਾਂ ਨੇ, ਕੈਪਟਨ ਨੇ ਜੇ ਕਰਾਇਆ ਸੀ ਤਾਂ ਕੈਪਟਨ 1.5 ਸਾਲ ਪਹਿਲਾਂ ਕਿਉਂ ਨਾ ਕਰਾਇਆ? ਇਹਦਾ ਮਤਲਬ 1.5 ਸਾਲ ਤੱਕ ਦਾ ਜਿਹੜਾ ਨੁਕਸਾਨ ਹੋਇਆ ਉਹ ਇਹ ਕੈਪਟਨ ਦੇ ਕਹਿਣ ਕਰਕੇ ਕੀਤਾ ਹੈ। ਇਹ ਮੈਨੂੰ ਵੀ ਇਹੀ ਪਤਾ ਲੱਗਿਆ ਕਿ ਕੈਪਟਨ ਤੇ ਢੀਂਡਸੇ ਨੇ ਕਿਹਾ ਸੀ ਕਿ ਵੋਟਾਂ ਦੇ ਨੇੜੇ ਜਾ ਕੇ ਕਰਿਓ, ਤੁਹਾਨੂੰ ਵੋਟਾਂ ਦੇ ਵਿੱਚ ਫਾਇਦਾ ਹੋ ਜੂ, ਜਿੱਤ ਕੇ ਪਰੇ ਆਓਗੇ, ਮੁੜ ਕੇ ਫੇਰ ਲਾ ਦਿਓ ਕਾਨੂੰਨ ਕਾਲੇ। ਇਹ ਫੇਰ ਕਾਲੇ ਕਾਨੂੰਨ ਲਾਉਣ ਦੇ ਵਾਸਤੇ ਇਹ ਲੋਕ ਥਾਪੀ ਦੇ ਸਕਦੇ ਆ। ਇਸੇ ਕਰਕੇ ਇਹ ਵੀ ਗਲਤਫਹਿਮੀ ਸੀ, ਕਿਉਂਕਿ ਮੋਦੀ ਨੇ ਅੱਧਾ ਅਧੂਰਾ ਕੀਤਾ ਕਾਨੂੰਨ, ਤਿੰਨ ਜੇ ਵਾਪਸ ਲਏ। ਬਾਕੀ ਦੀਆਂ ਗੱਲਾਂ ਚਾਹੇ MSP ਵਾਸਤੇ ਸੀ, ਚਾਹੇ ਜਿਹੜੇ ਕਿਸਾਨਾਂ ਤੇ ਬਣੇ ਝੂਠੇ ਕੇਸ ਸੀ ਉਹ ਵਾਪਸ ਲੈਣ ਦੀ ਗੱਲ ਸੀ, ਚਾਹੇ ਜਿਹੜਿਆਂ ਨੇ ਲਖੀਮਪੁਰ ਕੀਤਾ ਉਹਨਾਂ ਨੂੰ ਅਰੈਸਟ ਕਰਨ ਦੀ ਗੱਲ ਸੀ, ਸਜ਼ਾ ਦੇਣ ਦੀ ਗੱਲ ਸੀ। ਉਹ ਸਾਰਾ ਕੁਝ ਇਹਨਾਂ ਨੇ ਪੂਰਾ ਨਹੀਂ ਕੀਤਾ ਮੋਦੀ ਨੇ, ਤੇ ਇਹਨਾਂ ਨੂੰ ਚਾਹੀਦਾ ਸੀ ਇਹ ਪੂਰਾ ਕਰਵਾ ਕੇ ਆਉਂਦੇ, ਫਿਰ ਤਾਂ ਕਹਿੰਦੇ ਕਿ ਮੈਂ ਕੀਤਾ ਹੈ। ਔਰ ਇੱਥੋਂ ਤਾਂ ਇਹ ਵੀ ਪਤਾ ਲੱਗਦਾ ਹੈ ਵੀ ਜੇ ਉਹ ਕਹਿੰਦੇ ਅਸੀਂ ਕਰਾਇਆ ਹੈ, ਢੀਂਡਸਾ ਵੀ ਕਹਿੰਦਾ ਅਸੀਂ ਕਰਾਇਆ ਹੈ, ਤੇ ਕੈਪਟਨ ਕਹਿੰਦਾ ਅਸੀਂ ਕਰਾਇਆ, ਜੇ ਇਹ ਕਰਾਉਣ ਦੀ ਸ਼ਕਤੀ ਰੱਖਦੇ ਆ, ਇਹਦਾ ਮਤਲਬ ਜਾਣਬੁੱਝ ਕੇ ਇਹਨਾਂ ਨੇ ਲੇਟ ਕਰਾਇਆ ਹੈ, ਜਾਣਬੁੱਝ ਕੇ 1.5 ਸਾਲ ਤੱਕ ਦੀ ਸਜ਼ਾ ਸਾਨੂੰ ਪੰਜਾਬੀਆਂ ਨੂੰ ਦਿੱਤੀ ਹੈ। ਇਸ ਕਰਕੇ ਬਚਦੇ ਨਹੀਂ ਇਸ ਗੱਲ ਦੇ ਵਿੱਚ। ਉਹ ਇਹ ਦੱਸੋ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਭਵਿੱਖ ਕੀ ਦੇਖਦੇ ਹੋ? ਕਿਉਂਕਿ ਤੁਹਾਡੇ ਕਲੀਗ ਰਹੇ ਨੇ ਔਰ ਕੁਰਸੀ ਤੋਂ ਲਾਏ ਜਾਣ ਤੋਂ ਥੋੜੇ ਦਿਨ ਪਹਿਲਾਂ ਹੀ ਤੁਹਾਡੇ ਨਾਲ ਮੁਲਾਕਾਤ ਕਰਕੇ ਗਏ ਸੀ, ਤੁਹਾਡੇ ਘਰ ਆ ਕੇ ਗਏ ਸੀ, ਮੈਂ ਕਵਰ ਵੀ ਕੀਤਾ ਸੀ ਉਸ ਨੂੰ, ਤੁਹਾਡੇ ਘਰ ਆ ਕੇ ਗਏ, ਮੁਲਾਕਾਤ ਕਰਕੇ ਗਏ, ਮੀਟਿੰਗ ਕਰਕੇ ਗਏ ਸੀ ਤੁਹਾਡੇ ਨਾਲ। ਮੈਂ ਤਾਂ ਉਸ ਵਕਤ ਮੇਰੀ ਰਾਏ ਪੁੱਛੀ ਸੀ, ਮੈਂ ਕਦੇ ਵੀ ਦੁਸ਼ਮਣ ਵੀ ਆਵੇ ਮੈਂ ਰਾਏ ਸਹੀ ਦਿੰਦੀ ਹਾਂ। ਮੈਂ ਕਿਹਾ ਸੀ ਕਿ ਤੁਹਾਨੂੰ ਕਾਂਗਰਸ ਪਾਰਟੀ ਦੀ ਪਿੱਠੇ ਛੁਰਾ ਨਹੀਂ ਮਾਰਨਾ ਚਾਹੀਦਾ। ਕਾਂਗਰਸ ਪਾਰਟੀ ਨੇ ਤੁਹਾਨੂੰ ਇੰਨਾ ਵੱਡਾ ਰਾਜ ਭਾਗ ਪਾਰਟੀ ਪਲੇਟਫਾਰਮ ਤੇ, ਸਰਕਾਰ ਦੇ ਪਲੇਟਫਾਰਮ ਤੇ ਦਿੱਤਾ ਹੈ, ਤੇ 4 ਮਹੀਨੇ ਰਹਿ ਗਏ, ਤੁਸੀਂ ਆਪ ਹੀ ਕਿਹਾ ਮੈਂ ਅਗਲੀ ਚੋਣ ਲੜਦੀ ਦੀ ਵਾਅਦਾ ਕਰਕੇ ਆਏ ਹੋ ਸੋਨੀਆ ਜੀ ਨਾਲ, ਤੁਸੀਂ ਆਪ ਹੀ ਸਗੋਂ ਰਿਜ਼ਾਈਨ ਦਿਓ, ਜਿਹਨੂੰ ਬਣਾਉਣਾ ਚਾਹੁੰਦੇ ਆ ਤੁਸੀਂ ਰਹੋ ਜੀ, ਆ ਰਿਜ਼ਾਈਨ ਮੇਰਾ ਤੁਹਾਡੀ ਮਾਨਤਾ, ਜਿਹਨੂੰ ਮਰਜ਼ੀ ਬਣਾਓ। ਮੈਂ ਤਾਂ ਇਹ ਰਾਏ ਦਿੱਤੀ ਸੀ। ਲੇਕਿਨ ਇਹ ਲੋਕ ਕਿ ਮੈਥੋਂ ਜੇ ਕੁਝ ਲੈ ਲਿਆ 2 ਮਹੀਨੇ ਪਹਿਲਾਂ ਤਾਂ ਮੈਂ ਤੁਹਾਡਾ ਨੁਕਸਾਨ ਕਰਨ ਵਾਸਤੇ ਚੱਲ ਪੈਣਾ, ਵੱਖਰੀ ਪਾਰਟੀ ਬਣਾ ਲਈ। ਜਿਹੜਾ ਖਮਿਆਜਾ ਹੁਣ ਭੁਗਤ ਰਹੇ ਆ, ਹੁਣ ਗਲੀਆਂ 'ਚ ਫਿਰਦੇ ਆ ਨਾ ਦਰ ਹੁਣ ਸਾਡੇ ਜਿਹੜੇ ਵਿਚਾਰੇ ਆਮ ਵਰਕਰ ਆ ਉਹਨਾਂ ਨੂੰ ਵੀ ਆਓ ਵੈਲਕਮ ਕਹਿੰਦੇ ਫਿਰਦੇ ਆ, ਜਿੱਥੇ ਅੱਗੇ ਵਜ਼ੀਰਾਂ ਨੂੰ ਨਹੀਂ ਸੀ ਮਿਲਦੇ। ਅੱਜ ਕੈਪਟਨ ਸਾਹਿਬ ਨੂੰ ਪਤਾ ਲੱਗਿਆ ਧਰਤੀ ਤੇ ਆ ਕੇ ਆਟੇ ਦਾਲੇ ਦਾ ਭਾਅ, ਕਿ ਕਿਵੇਂ ਹਰ ਥਾਵਾਂ ਤੇ ਜਾ ਕੇ ਆਪਦੇ ਪਟਿਆਲੇ ਸ਼ਹਿਰ ਦੀ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੂੰ ਗੇਟ ਬੰਦ ਹੋ ਜਾਣ। ਐਦੂ ਵੱਡਾ ਅਪਮਾਨ ਇੱਕ ਰਾਜਾ ਕਹਾਉਣ ਵਾਲਾ, ਮੁੱਖ ਮੰਤਰੀ ਤਕੜਾ ਕਹਾਉਣ ਵਾਲਾ, ਐਦੂ ਵੱਡਾ ਕੀ ਹੋਊਗਾ? ਅੱਜ ਇਹਨਾਂ ਦੀਆਂ ਜਵਾਨਤਾਂ ਜ਼ਬਤ ਹੋਣੀਆਂ ਨੇ, ਕੋਈ ਜਿੱਤ ਕੇ ਨਹੀਂ ਆਉਂਦੇ, ਨਾ ਢੀਂਡਸੇ, ਨਾ ਕੈਪਟਨ, ਨਾ ਇਹਨਾਂ ਦੇ ਹਮਾਇਤੀ, ਕਿਉਂਕਿ ਬੀਜੇਪੀ ਨਾਲ ਹੱਥ ਮਿਲਾਉਣ ਵਾਲਿਆਂ ਦਾ ਪੰਜਾਬ ਸਫਾਇਆ ਕਰਨ ਨੂੰ ਤਿਆਰ ਬੈਠਾ ਹੈਗਾ। ਇਸ ਲਈ ਇਹਨਾਂ ਸਿਆਸੀ ਭਵਿੱਖ ਖਤਮ ਹੋ ਗਿਆ, ਤੇ ਇਹ ਤਾਂ ਹੁਣ ਆਪਣੀ ਪਤਾ ਨਹੀਂ ਕਾਹਤੋਂ ਕੀ ਗੱਲ ਹੈ ਇਹਨਾਂ ਦਾ। ਆਪਦੇ ਕਈ ਤਾਂ ਕਹਿੰਦੇ ਆ, ਪਟਿਆਲੇ ਲਾਲ ਸਿੰਘ ਨੇ ਵੀ ਕਿਹਾ, ਹੋਰਾਂ ਨੇ ਵੀ ਕਿਹਾ, ਇਹ ਤਾਂ ਆਪਣੀਆਂ ਸੰਗੀਆਂ ਬਚਾਉਣ ਦੇ ਮਾਰੇ, ਜੇ ਕੋਈ ਕਰਮ ਮਾੜੇ ਕੀਤੇ ਹੋਣਗੇ, ਜੇ ਕਰਪਸ਼ਨਾਂ ਕੀਤੀਆਂ ਹੋਣਗੀਆਂ ਜਾਂ ਨਹੀਂ ਕੀਤੀਆਂ, ਜੋ ਦੱਸਦੇ ਆ, ਜੋ ਲਾਲ ਸੋਹਣਾ ਨੇ ਬੋਲਦੇ ਨੇ ਕਿਹਾ, ਹੋਰਾਂ ਨੇ ਵੀ ਕਿਹਾ ਕਿ ਇਹ ਤਾਂ ਆਪਦੀਆਂ ਪਰਮਿੰਦਰ ਢੀਂਡਸੇ ਦੇ ਸਹੁਰੇ ਬਾਰੇ ਚਰਚਾ ਚੱਲਦੀ ਹੈ। ਮੈਂ ਨਹੀਂ ਕਿਸੇ ਤੇ ਦੋਸ਼ ਲਾ ਰਹੀ, ਚਰਚਾ ਚੱਲਦੀ ਹੈ ਕਿ ਇਹ ਤਾਂ ਜੀ ਜਿਹੜੇ
ਉਦੋਂ ਕਹਿੰਦੇ ਸੀ ਪਰਮਿੰਦਰ ਢੀਂਡਸੇ ਦੇ ਫਾਦਰ ਸੁਖਦੇਵ ਢੀਂਡਸਾ, ਮੈਨੂੰ ਪਦਮ ਸ਼੍ਰੀ ਦਿੱਤਾ ਹੈ। ਮੈਂ ਹਰ ਵਾਰ ਤੁਹਾਡੇ ਰਾਹੀਂ ਵੀ ਲੋਕਾਂ ਹੋਰਾਂ ਨਾਲ ਵੀ ਚੈਨਲਾਂ ਨੇ ਕਹਿੰਦੀ ਹਾਂ ਕਿ ਇਹ ਤਾਂ ਪੁੱਛ ਲਓ ਪਦਮ ਸ਼੍ਰੀ ਕਿਹੜੇ ਬਾਰਡਰ ਤੇ ਲੜੇ ਸੀ। ਉਹ ਪਦਮ ਸ਼੍ਰੀ ਨਹੀਂ, ਉਹ ਸਾਈ ਫੜਾਈ ਸੀ ਕਿ ਤੁਸੀਂ ਸਾਡੇ ਨਾਲ ਰਲੋਗੇ, ਤੁਹਾਨੂੰ ਅਸੀਂ ਆ ਦੇ ਦਿਆਂਗੇ, SGPC ਦੇ ਦਿਆਂਗੇ, ਤੁਹਾਨੂੰ ਅਸੀਂ ਮਿਨਿਸਟਰੀ ਦੇ ਦਿਆਂਗੇ। ਆਪਦੇ ਲਾਲਚ ਵਾਸਤੇ ਇਹਨਾਂ ਲੋਕਾਂ ਨੇ ਆਪਦੀ ਪਾਰਟੀਆਂ, ਆਪਦੇ ਹਲਕੇ ਤੇ ਆਪਣੇ ਇਸ਼ਟ ਬਦਲੇ। ਸਮਝ ਲਓ ਇਸ ਤੋਂ ਭਾਵ ਇਹ ਹੁੰਦਾ ਲੋਕਾਂ ਨੇ ਜੋ ਕਮਿਟਮੈਂਟ ਹੁੰਦੀ ਹੈ ਕੀਤੀ ਵੀ, ਉਹ ਇਸ਼ਟ ਦੇ ਬਰਾਬਰ ਗਿਣਦੇ ਹਾਂ ਅਸੀਂ। ਇਸ ਲਈ ਮੈਂ ਤਾਂ ਆਪਣਾ ਹਲਕਾ ਛੱਡਿਆ ਨਹੀਂ, ਇਹ ਆਪਣੇ ਹਲਕੇ ਛੱਡ ਕੇ ਭੱਜ ਗਏ। ਮੈਂ ਸਪੀਚ ਸੁਣ ਰਿਹਾ ਸੀਗਾ ਤੁਹਾਡੀ ਸਪੀਚ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਹਲਕਾ ਬਦਲਣ ਵਾਸਤੇ ਕਿਹਾ ਗਿਆ ਕਿ ਹੋਰ ਸੇਫ ਹਲਕਾ ਦੇ ਦਿੰਨੇ ਤੁਹਾਨੂੰ, ਇਸ ਤਰ੍ਹਾਂ ਦੀ ਵੀ ਗੱਲ ਹੋਈ ਸੀ ਕੋਈ? ਦੇਖੋ, ਮੈਨੂੰ ਜਿਸ ਵਕਤ ਸਾਡੀ ਇਲੈਕਸ਼ਨ ਹੋਣੀ ਸੀ 17 ਦੇ ਵਿੱਚ, ਉਦੋਂ ਸਾਡਾ ਪ੍ਰਸ਼ਾਂਤ ਕਿਸ਼ੋਰ ਵੀ ਸੀਗਾ, ਆਸ਼ਾ ਕੁਮਾਰੀ ਸਾਡੀ ਜਨਰਲ ਸੈਕਟਰੀ ਇੰਚਾਰਜ ਬੈਠੀ ਸੀ ਕੈਪਟਨ ਦੇ ਘਰੇ। ਉਦੋਂ ਮੈਨੂੰ ਕਿਹਾ ਕਿ ਅਮਰਗੜ੍ਹ ਸੁਨਾਮ ਅਸੀਂ ਖਾਲੀ ਰੱਖਿਆ ਹੋਇਆ ਜੇ ਹਲਕਾ ਬਦਲਣਾ ਹੈ। ਮੈਂ ਕੋਰਾ ਜਵਾਬ ਦਿੱਤਾ। ਮੈਨੂੰ ਇਸੇ ਤਰੀਕੇ ਨਾਲ ਸਾਡਾ ਮਾਨਸਾ ਤੋਂ ਸਾਰੀ ਕਾਂਗਰਸ ਕਿ ਅਸੀਂ ਇਕੱਠੀ ਰਹਿ ਜਾਾਂਗੇ ਕਾਂਗਰਸ, ਤੁਸੀਂ ਇੱਥੇ ਸਾਡੇ ਮਾਨਸਾ ਆ ਜਾਓ। ਬਰਨਾਲਾ ਹੈ, ਬਰਨਾਲਾ ਵਾਲੇ ਅਜੇ ਤੱਕ ਵੀ ਮੇਰੇ ਪਿੱਛੇ ਪਏ ਨੇ, ਸਾਰੇ ਭਰ ਗੱਡੀਆਂ ਟਰੱਕ ਲਿਆ ਕੇ ਉਹਨਾਂ ਜ਼ੋਰ ਲਾ ਲਿਆ। ਉਹਨਾਂ ਨੇ ਅਬਜ਼ਰਵਰਾਂ ਨੂੰ ਵੀ ਕਹਿਤਾ, ਅਬਜ਼ਰਵਰਾਂ ਦੇ ਮੈਨੂੰ ਫੋਨ ਆ ਗਏ ਕਿ ਪੱਠਲੀ ਹੈ ਜਿਹੜੀ ਇੱਥੇ ਸਾਡੇ ਆਊਗੀ ਤਾਂ 2 ਸੀਟਾਂ ਹੋਰ ਨਿਕਲ ਸਕਦੀਆਂ। ਪਰ ਮੈਂ ਕਦੇ ਆਪਣਾ ਨਹੀਂ ਸੋਚਿਆ ਲਾਲਚ ਕਿ ਮੈਂ MLA ਬਣ ਜਾ, ਤੇ ਮੈਂ ਆਪਣਾ ਜਿਹੜਾ ਨੌ ਤੇ ਮਾਸ ਨੂੰ ਰਿਸ਼ਤਾ ਮੈਂ ਬਣਾਇਆ ਇਸ ਹਲਕੇ ਨਾਲ, ਉਹ ਨਹੀਂ ਛੱਡ ਸਕਦੀ। ਮੇਰਾ ਇੱਕ ਉਹਨਾਂ ਦੇ ਨਾਲ ਜਿਵੇਂ ਕਹਿੰਦੇ ਆ ਖੂਨ ਦਾ ਤੇ ਹੱਡ ਮਾਸ ਦਾ ਰਿਸ਼ਤਾ ਹੈ ਇਸ ਲਹਿਰੇਗਾ ਕੇ ਹਲਕੇ ਦੇ ਨਾਲ। ਤੇ ਮੈਂ ਆਪਣਾ MLA ਬਣਨਸ਼ਿਪ ਦੀ ਪਰਵਾਹ ਨਹੀਂ ਕੀਤੀ, ਵਜ਼ੀਰ ਬਣਨ ਦੀ ਪਰਵਾਹ ਨਹੀਂ ਕੀਤੀ। ਇੱਕੋ ਹੀ ਗੱਲ ਹੈ ਕਿ ਆਖਰੀ ਦਮ ਇਸ ਹਲਕੇ ਵਿੱਚ ਲੈਣਾ ਹੈ, ਆਖਰੀ ਦਮ ਇਸ ਕਾਂਗਰਸ ਪਾਰਟੀ ਵਿੱਚ ਲੈਣਾ ਹੈ। ਨਾ ਮੈਂ ਹਲਕਾ ਛੱਡਾਂ, ਨਾ ਮੈਂ ਪਾਰਟੀ ਛੱਡਾਂ। ਨਿੱਜੀ ਲਾਭ, ਨਿੱਜੀ ਫਾਇਦੇ ਨਾ ਮੇਰੇ ਮਾਂ-ਬਾਪ ਨੇ ਕਦੇ ਸੋਚੇ ਹੈ, ਨਾ ਮੈਂ ਸੋਚਿਆ ਤੇ ਨਾ ਹੀ ਅਸੀਂ ਕਦੇ ਸੋਚਾਂਗੇ, ਨਾ ਹੀ ਮੇਰੇ ਕਿਸੇ ਬੱਚੇ ਨੇ ਸੋਚਿਆ ਹੈ। ਠੀਕ ਹੈ, ਪ੍ਰਸ਼ਾਂਤ ਕਿਸ਼ੋਰ ਹੁਣਾਂ ਨਾਲ ਤੁਹਾਡੀ 1-to-1 ਮੀਟਿੰਗ ਹੋਈ, ਉਹਨਾਂ ਨੇ ਕਿਹਾ ਵੀ ਹਲਕਾ ਬਦਲ ਲਓ। ਪਿਛਲੀ ਇਲੈਕਸ਼ਨ ਦੀ ਗੱਲ ਕਰਦੀਆਂ 2017 ਦੀ, ਕੈਪਟਨ ਸਾਹਿਬ ਦੀ ਜਿਹੜੀ ਦਿੱਲੀ ਕੋਠੀ ਸੀ ਉੱਥੇ ਬੈਠੇ ਸੀ ਅਸੀਂ। ਉੱਥੇ ਪ੍ਰਸ਼ਾਂਤ ਕਿਸ਼ੋਰ ਕੈਪਟਨ ਵੀ ਵਿੱਚ ਹੀ ਬੈਠਾ ਸੀ ਤੇ ਨਾਲ ਆਸ਼ਾ ਕੁਮਾਰੀ ਬੈਠੀ ਸੀ। ਉਹਨਾਂ ਸਾਰਿਆਂ ਨੇ ਕਿਹਾ ਕਿ ਤੁਸੀਂ ਬੇਸ਼ੱਕ ਹਲਕਾ ਬਦਲ ਸਕਦੇ ਹੋ, ਕਿਉਂਕਿ ਕਈ ਵਾਰ 4-5 ਵਾਰ ਜਿੱਤ ਚੁੱਕੇ ਹੋ, ਐਂਟੀ ਇਨਕੰਬੈਂਸੀ ਹੁੰਦੀ ਹੈ, ਤੁਸੀਂ ਹਲਕਾ ਛੱਡ ਦਿਓ ਲਹਿਰਾ। ਮੈਂ ਆਖਿਆ ਮੈਨੂੰ ਹਾਰ ਮਨਜ਼ੂਰ ਹੈ, ਮੈਨੂੰ ਲਹਿਰਾ ਗਾਗਾ ਹਲਕਾ ਛੱਡਣਾ ਮਨਜ਼ੂਰ ਨਹੀਂ, ਕਿਉਂਕਿ ਉਹ ਵਿਚਾਰਾ ਬਹੁਤ ਇੱਕ ਬਾਰਡਰ ਤੇ ਹਰਿਆਣੇ ਤੇ ਵਸਦਾ ਹੈ, ਦੁਖੀ ਸੁਖੀ ਉਹ ਹਲਕਾ ਹੈਗਾ, ਉਹਨੂੰ ਕਿਸੇ ਨੇ ਪੁੱਛਿਆ ਨਹੀਂ। ਇੱਕ ਫਸਲ ਹੁੰਦੀ ਹੈ ਉੱਥੇ, ਉਹਦੇ 'ਚ ਹੀ ਉਹ ਆਪਣੀ ਰੋਟੀ ਨਾਲ ਸਾਰਾ ਸਾਲ ਗੁਜ਼ਾਰਾ ਕਰਦੇ ਨੇ। ਮੈਂ ਉਸ ਗਰੀਬ ਹਲਕੇ ਦੇ ਵਿੱਚ ਮੇਰਾ ਰਿਸ਼ਤਾ ਜੁੜਿਆ ਹੈ ਤੇ ਮੈਂ ਉਸ ਗਰੀਬ ਹਲਕੇ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਚਾਹੁੰਦੀ ਹਾਂ, ਤਕੜਾ ਕਰਨਾ ਚਾਹੁੰਦੀ ਹਾਂ ਤੇ ਉਹਨੂੰ ਮੈਂ ਪ੍ਰਫੁੱਲਤ ਕਰਨਾ ਚਾਹੁੰਦੀ ਹਾਂ। ਇਸ ਕਰਕੇ ਮੈਂ ਹਲਕਾ ਨਹੀਂ ਛੱਡਣਾ। ਠੀਕ ਹੈ, ਮੈਨੂੰ ਇਹ ਦੱਸੋ ਕਿ ਤੁਸੀਂ ਇਹ ਵੀ ਜ਼ਿਕਰ ਕਰ ਰਹੇ ਸੀ ਕਿ ਜਿੱਦਾਂ ਕਈਆਂ ਦੀਆਂ ਟਿਕਟਾਂ ਕੱਟੀਆਂ ਗਈਆਂ, ਜਸਪਿੰਦਰ ਹੁਣਾਂ ਦੀ ਟਿਕਟ ਕੱਟੀ ਗਈ, ਉਹ ਕਹਿੰਦੇ ਕਿ ਮੂਸੇ ਵਾਲੇ ਨੂੰ ਟਿਕਟ ਦੇ ਦਿੱਤੀ ਗਈ, ਤੇ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਜਿਸ ਤਰ੍ਹਾਂ ਕਈ ਥਾਵਾਂ ਤੇ ਸਾਡੇ ਸੈਲੀਬ੍ਰਿਟੀਜ਼ ਲਿਆਂਦੇ ਆ, ਮੈਂ ਇਸ ਗੱਲ ਦੇ ਖਿਲਾਫ ਨਹੀਂ ਹਾਂ ਕਿ ਸੈਲੀਬ੍ਰਿਟੀ ਨਾ ਲੈ ਕੇ ਆਓ, ਲੇਕਿਨ ਮੈਂ ਇਹ ਸਮਝਦੀ ਹਾਂ ਜੇ ਸੈਲੀਬ੍ਰਿਟੀ ਲਿਆਉਣਾ ਤਾਂ ਉਹਨਾਂ ਅਸੀਂ ਸਮਝਦੇ ਹਾਂ ਕਿ ਬੜਾ ਪਾਪੂਲਰ ਹੈ, ਇਹ ਸਾਡਾ ਆਪਣਾ ਸੀਟਾਂ ਕੱਢ ਸਕਦੇ, ਇਹਦੇ ਪਿੱਛੇ ਸਾਡੇ ਜਨਰਲ ਲੋਕ ਵੀ ਆ ਸਕਦੇ ਆ, ਤਾਂ ਸਾਨੂੰ ਉਸ ਤਰ੍ਹਾਂ ਦੀਆਂ ਡਿਫੀਕਲਟ ਸੀਟਾਂ ਜਿਹੜੀਆਂ ਸਮਝੀਏ ਕਿ ਬਹੁਤ ਸਖਤ ਨੇ, ਸਾਤੋਂ ਬਹੁਤ ਮੁਸ਼ਕਿਲ ਹੈ, ਅਸੀਂ ਬਹੁਤ ਸਖਤ ਲੜਾਈ ਹੋਣੀ ਹੈ, ਉਹਨਾਂ ਥਾਵਾਂ ਤੇ ਸੈਲੀਬ੍ਰਿਟੀਜ਼ ਨੂੰ ਸਾਨੂੰ ਆਪਣਾ ਟੈਸਟ ਕਰਨਾ ਚਾਹੀਦਾ ਹੈਗਾ। ਜਿੱਥੇ ਕਿਤੇ ਸਾਡੇ ਆਲਰੇਡੀ ਕੰਮ ਕਰਨ ਵਾਲੇ ਵਰਕਰ, ਜਿਵੇਂ ਸਾਡੇ ਮੋਗੇ ਦੇ ਵਿੱਚ ਵੀ ਉਹ ਸਾਡਾ ਜਿਹੜਾ ਹੈਗਾ ਉੱਥੋਂ MLA, ਉਹਨਾਂ ਦੇ ਹਰਜੋਤ ਕਮਲ ਹੈ, ਉਹਨੇ ਕੀਤਾ ਹੈ, ਜਾਂ ਇੱਥੇ ਦੀ ਗੱਲ ਹੈਗੀ ਹੈ ਮਾਨਸਾ ਦੀ ਜਾਂ ਕਿਤੇ ਦੀ ਵੀ ਹੈ, ਇਹ ਨਹੀਂ ਸ਼ਾਇਦ ਕਈ ਹੋਰ ਫੈਕਟਰ ਹੋਣਗੇ, ਕਿਉਂਕਿ ਹਾਈ ਕਮਾਂਡ ਸਾਡੀ ਦੇ ਉੱਤੇ ਬਹੁਤ ਲੈਵਲਸ ਦੇ ਉੱਤੋਂ ਸੋਚਿਆ ਜਾਂਦਾ, ਬੜੇ ਸਰਵੇ ਹੁੰਦੇ ਨੇ। ਇਹ ਤਾਂ ਮੈਂ ਆਪਣੀ ਤੁਹਾਨੂੰ ਨਿੱਜੀ ਰਾਏ ਦੱਸਦੀ ਹਾਂ ਕਿ ਉਹਦੇ ਮੁਤਾਬਕ ਸਾਨੂੰ ਜਿਹੜੇ ਹੈਗੇ ਜਿੱਥੇ ਕਿਤੇ ਵਰਕਰ ਸਾਡੇ ਵਧੀਆ ਚੰਗੇ ਕੰਮ ਕਰਦੇ ਆ, ਉਹਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਔਰ ਇਹਦੇ ਨਾਲ ਹੀ ਇੱਕ ਗੱਲ ਮੈਂ ਹੋਰ ਇਹ ਵੀ ਕਹਿਣੀ ਚਾਹੁੰਦੀ ਹਾਂ ਕਿ ਲੇਡੀਜ਼ ਦਾ, ਕਿਉਂਕਿ ਹੁਣ ਹਰ ਫੀਲਡ ਦੇ ਵਿੱਚ ਸਾਡੀਆਂ ਔਰਤਾਂ ਨੇ ਕਮਾਲ ਕੀਤੀ ਹੈ, ਮਿਹਨਤ ਕੀਤੀ ਹੈ, ਹਾਰਡ ਵਰਕਰ ਨੇਗੀਆਂ। ਔਰ ਸਾਡੇ ਪ੍ਰਿਯੰਕਾ ਜੀ ਨੇ 40% ਯੂਪੀ 'ਚ ਕਰਨ ਦਾ ਐਲਾਨ ਕੀਤਾ ਹੈ, ਤਾਂ ਪੰਜਾਬ ਦੇ ਵਿੱਚ ਵੀ ਸਾਨੂੰ ਜਿਹੜੀਆਂ ਸੀਟਾਂ ਰਹਿੰਦੀਆਂ ਇੱਥੇ ਜ਼ਿਆਦਾ ਤੋਂ ਜ਼ਿਆਦਾ ਲੇਡੀਜ਼ ਵਾਸਤੇ 20 ਸੋਚ ਕੇ ਸਭ ਸੀਟਾਂ ਦੇਣੀਆਂ ਚਾਹੀਦੀਆਂ। ਠੀਕ ਹੈ, ਮੂਸੇ ਵਾਲੇ ਹੁਣਾਂ ਨੂੰ ਤੁਸੀਂ ਕਿਹਾ ਕਿ ਜਾਂ ਜਿੰਨੇ ਵੀ ਸੈਲੀਬ੍ਰਿਟੀ ਆਉਂਦੇ ਉਹਨਾਂ ਨੂੰ ਕੋਈ ਵੱਡੇ ਚਿਹਰਿਆਂ ਦੇ ਖਿਲਾਫ ਲੜਾਇਆ ਜਾਵੇ, ਉਹ ਉਵੇਂ ਹੀ ਉਹ ਜਸਪਿੰਦਰ ਹੁਣੀ ਕਹਿ ਰਹੇ ਸੀ ਕਿ ਸੁਖਬੀਰ ਬਾਦਲ ਹੁਣਾਂ ਦੇ ਖਿਲਾਫ ਤਾਰਿਆ ਜਾਣਾ ਚਾਹੀਦਾ ਮੂਸੇ ਵਾਲੇ ਨੂੰ। ਚਲੋ ਉਹ ਕੀ ਕਹਿੰਦੇ ਉਹ ਵੱਖਰੀ ਗੱਲ ਹੈ, ਮੈਂ ਤਾਂ ਆਪਣੀ ਰਾਏ ਦੱਸੀ ਹੈਗੀ ਹੈ ਕਿ ਜ਼ਰੂਰ ਇਹਨਾਂ ਦਾ ਸਾਡੇ ਕਲਾਕਾਰ ਨੇ, ਅਸੀਂ ਇਹਨਾਂ 'ਤੇ ਪ੍ਰਾਊਡ ਫੀਲ ਕਰਦੇ ਹਾਂ, ਸਾਡੇ ਆਪਣੇ ਨੇ, ਤੇ ਜੇ ਲੜਨ ਦੇ ਇੱਛੁਕ ਹੈਗੇ ਬਹੁਤ ਚੰਗੀ ਗੱਲ ਹੈਗੀ ਹੈ। ਮੈਂ ਤਾਂ ਹੀ ਕਹਿੰਦੀ ਹਾਂ ਕਿ ਇਹਨਾਂ 'ਚ ਇੰਨੀ ਕਪੈਸਿਟੀ ਹੈ ਕਿ ਕਹਿੰਦੇ ਕਹਾਉਂਦੇ ਵਿਰੋਧੀਆਂ ਦੇ ਵੱਡੇ ਤੋਂ ਵੱਡੇ ਲੀਡਰਾਂ ਨੂੰ ਹਰਾ ਸਕਦੇ ਆ। ਸੋ ਇਸ ਕਰਕੇ ਸਾਨੂੰ ਹਰ ਥਾਂ ਤੇ ਉਹ ਸਾਨੂੰ ਇਸ ਤਰ੍ਹਾਂ ਦਾ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈਗਾ। ਕਿੰਨੀਆਂ ਸੀਟਾਂ ਦੇਖਦੇ ਹੋ, ਮੇਰਾ ਅਖੀਰਲਾ ਸਵਾਲ, ਕਿੰਨੀਆਂ ਸੀਟਾਂ ਦੇਖਦੇ ਹੋ ਕਾਂਗਰਸ ਦੀ? ਦੇਖੋ, ਮੈਨੂੰ ਲੱਗਦਾ ਕਿ ਇਸ ਵਾਰ ਦੀ ਜੋ ਸਿਚੁਏਸ਼ਨ ਅੱਜ ਦੀ ਹੈ, ਜਿੰਨੀਆਂ ਪਾਰਟੀਆਂ, ਜਿੰਨੇ ਉਮੀਦਵਾਰ, ਜਿੰਨੀ ਧੜੇਬੰਦੀ ਇਹਨਾਂ 'ਚ ਹੋਈ ਹੈ, ਜਿਵੇਂ ਆਪ ਦਾ ਹੁਣ ਬੁਰਾ ਹਾਲ ਹੈ, ਲੋਕ ਇਹਨਾਂ ਦੇ ਵਰਕਰ ਛੱਡ ਭੱਜ ਰਹੇ ਆ, ਇਹਨਾਂ ਦੇ MLA ਦੀਆਂ ਟਿਕਟਾਂ ਲੈਣ ਵਾਲੇ ਲੋਕ ਛੱਡ ਭੱਜ ਰਹੇ ਨੇ, ਇਲਜ਼ਾਮ ਲੱਗ ਰਹੇ ਨੇ। ਇਸੇ ਤਰ੍ਹਾਂ ਨਾਲ ਅਕਾਲੀ ਦਲ ਜਿਹੜਾ ਹੈਗਾ ਉਹ ਪਿੱਛੇ ਰਿਹਾ ਵਾ, ਜਿਹੜਾ ਦੂਜਾ ਟੁੱਟਿਆ ਵਾ ਸੰਯੁਕਤ ਅਕਾਲੀ ਦਲ ਹੈ, ਅਕਾਲੀ ਦਲ ਦੇ ਵਿੱਚੋਂ ਟੁੱਟ ਕੇ ਆਇਆ, ਉਹ ਹੈ ਕੈਪਟਨ ਹੈ ਜਾਂ BJP ਹੈ, ਇਹਨਾਂ ਦੇ ਤਾਂ ਬਿਲਕੁਲ ਹੀ ਜਿਵੇਂ ਕਹਿੰਦੇ ਨੇ ਨਾ ਆਪਣੇ ਪਿੰਡਾਂ ਦੇ ਵਿੱਚ ਪਾਸਕ ਦੇ ਬਰਾਬਰ ਪਹੁੰਚੇ ਪਿਆ ਇਹ। ਤੇ ਅਕਾਲੀ ਦਲ ਹੈ ਜਿਹੜਾ ਉਹ ਵੀ ਇਹ ਸਮਝਦਾ ਹੈ ਕਿ ਸਾਡਾ
ਤੇ ਆਪ ਦਾ ਤੇ ਅਕਾਲੀ ਦਲ ਦਾ ਮੇਨ ਦਾ ਲੱਗਦਾ ਹੈ। ਲੇਕਿਨ ਇਹਨਾਂ ਦੇ ਵਿੱਚ ਵੀ ਹੁਣ ਜਿਹੜੀ ਹੈਗੀ ਹੈ, ਮੈਂ ਸਮਝਦੀ ਹਾਂ ਕਿ ਦੂਜੇ ਤੀਜੇ ਥਾਂ ਤੇ ਇਹ ਜਾਣਗੇ, ਇਹਨਾਂ ਦੇ ਚੌਥੇ ਥਾਂ ਤੇ ਜਿੰਨੀਆਂ ਵੀ ਲੜਦੀਆਂ ਵੱਧ ਤੋਂ ਵੱਧ ਪਾਰਟੀਆਂ, ਕਾਂਗਰਸ ਪਾਰਟੀ ਦੇ ਸੀਟਾਂ ਤੁਸੀਂ ਪੁੱਛੀਆਂ, ਮੈਨੂੰ ਹੋਪ ਹੈ ਕਿ ਅਸੀਂ ਮੋਰ ਦੈਨ 80 ਸੀਟਾਂ ਜਿੱਤ ਕੇ ਜਾਵਾਂਗੇ। ਭਗਵੰਤ ਮਾਨ ਹੁਣਾਂ ਨੂੰ ਸੀਐਮ ਅਨਾਉਂਸ ਕਰਨ ਤੋਂ ਬਾਅਦ ਉਹ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਸਰਕਾਰ ਬਣਾ ਰਹੇ ਹਾਂ, ਦਾਅਵਾ ਕੀਤਾ ਜਾ ਰਿਹਾ। ਕੇਜਰੀਵਾਲ ਵੀ ਠੋਕ ਕੇ ਦਾਅਵਾ ਕਰਕੇ ਗਏ, ਕਹਿੰਦੇ ਕਿ ਅਗਲਾ ਸੀਐਮ ਆ ਪੰਜਾਬ ਦਾ ਭਗਵੰਤ ਮਾਨ। ਦੇਖੋ, ਡੁੱਬਦੀ ਬੇੜੀ ਨੂੰ ਬਚਾਉਣ ਵਾਸਤੇ ਭਗਵੰਤ ਮਾਨ ਨੂੰ ਅੱਜ ਨਿਕ ਆਫ ਦਾ ਟਾਈਮ ਜਿੰਨਾ ਜਲੀਲ ਕੀਤਾ ਗਿਆ, ਇੱਕ ਆਪਦਾ ਉਹਨਾਂ ਦਾ ਲੀਡਰ ਸੀ, ਉਹਨਾਂ ਦਾ ਐਮਪੀ ਸੀ, ਜਦੋਂ ਪਤਾ ਸੀ ਸਾਰੇ ਪੰਜਾਬ ਦੇ ਵਰਕਰ ਅੱਧਿਓਂ ਵੱਧ ਇਹਨਾਂ ਦੇ ਵਰਕਰ ਇਸ ਕਰਕੇ ਛੱਡ ਕੇ ਭੱਜ ਗਏ ਸਾਡੀਆਂ ਪਾਰਟੀਆਂ, ਚਾਹੇ ਕਿ ਉਹ ਭਗਵੰਤ ਮਾਨ ਨੂੰ ਕਿਉਂ ਨਹੀਂ ਲੀਡਰ ਲਾਣ ਰਹੇ। ਬੜੇ 2 ਮਹੀਨੇ 3 ਮਹੀਨੇ ਚੱਲ ਰਹੀ ਗੱਲ ਹੈਗੀ ਹੈ। ਸਾਰਾ ਜਿਵੇਂ ਕਹਿੰਦੇ ਸਭ ਕੁਝ ਲਟਾ ਕੇ ਹੋਸ਼ ਮੇ ਆਏ ਤਾਂ ਕਿਆ ਹੁਆ। ਅੱਜ ਇਹ ਹੋਸ਼ ਆਈ ਇਹਨਾਂ ਨੂੰ ਜਦੋਂ ਦੇਖ ਲਿਆ ਨਾ ਸਰਵੇ ਕਰਾ ਕੇ ਕਿ ਸਾਡੀ ਪਾਰਟੀ ਤਾਂ ਹੁਣ ਤੀਜੇ ਨੰਬਰ ਤੇ ਜਾਣੀ ਹੈ, ਸਾਡੇ ਪੱਲੇ ਕੁਛ ਹੈ ਨਹੀਂਗਾ, ਸਾਡੀ ਪਾਰਟੀ ਜਿੱਤਦੀ ਨਹੀਂ, ਸਾਡੀ ਸਰਕਾਰ ਨਹੀਂ ਬਣਦੀ। ਉਸ ਵੇਲੇ ਫਿਰ ਕਿ ਵਿਦਾਇ ਮੁੱਤਾ ਪੂਰਾ ਕਰ ਦਿਓ। ਹੁਣ ਵਿਚਾਰੇ ਨੂੰ ਆਪਣਾ ਡੁੱਬਦੀ ਬੇੜੀ ਵੇਲੇ ਭਗਵੰਤ ਮਾਨ ਨੂੰ ਅੱਗੇ ਕਰਤਾ। ਇਹਨੂੰ ਪਹਿਲਾਂ ਤਾਂ ਹੁਣ ਤੱਕ ਇਹਨੂੰ ਪਤਾ ਹੀ ਨਹੀਂ ਲੱਗਿਆ, ਇਹਦਾ ਨਾਲ ਹੀ ਬੱਠਾ ਹੁੰਦਾ ਸੀਗਾ ਖੱਬੇ ਸੱਜੇ, ਉਹਨੂੰ ਦਿਸਿਆ ਹੀ ਨਹੀਂ, ਨਜ਼ਰ ਹੀ ਨਹੀਂ ਆਇਆ। ਸਿਰਫ ਕੇਜਰੀਵਾਲ ਇੱਕ ਮੌਕਾ, ਕੇਜਰੀਵਾਲ ਕਿੱਥੇ ਲਿਖਿਆ ਭਗਵੰਤ ਮਾਨ, ਇੱਕ ਕੇਜਰੀਵਾਲ ਦਾ ਥਾਂ ਤੇ ਕੋਈ ਭਗਵੰਤ ਮਾਨ ਦਾ ਨਾਂ ਲਿਖਿਆ, ਕੋਈ ਨਾਰਾ, ਕੋਈ ਗੱਲ, ਕੋਈ ਕਿਸੇ ਥਾਂ ਤੇ ਪਾਰਟੀ ਪਲੇਟਫਾਰਮ ਦਿੱਤਾ। ਇਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਸੀਰੀ ਲੜਾਉਣ ਵਾਂਗੂ ਨਾਲ ਹੀ ਗੱਲ ਕੀਤੀ ਗਿਆ, ਜਲੀਲ ਕਰਕੇ। ਹੁਣ ਦੇਖਿਆ ਕਿ ਜਮਾਂ ਹੀ ਵਜੂਦ ਖਤਮ ਹੁੰਦਾ ਤਾਂ ਹੁਣ ਭਗਵੰਤ ਮਾਨ ਦੇ ਡੁੱਬਦੀ ਬੇੜੀ ਦਾ ਚੱਪੂ ਫੜਾਇਆ ਇਹਨਾਂ ਨੇ। ਤੇ ਜਿਹੜੀ ਸਿਆਸੀ ਬੇੜੀ ਇਹਨੇ ਨਿਕ ਆਫ ਦੇ ਟਾਈਮ ਤੇ ਬਚਾਉਣੀ ਬਹੁਤ ਔਖੀ ਹੈ। ਇਹ ਹੁਣ ਜਿਹੜੀ ਹੈ ਕਿ ਸਿਆਸੀ ਤੌਰ ਤੇ ਸੀਨ ਚੋਂ ਗਾਇਬ ਹੋ ਜਾਣਾ। ਅੱਗੇ ਹੀ ਇਹਨਾਂ ਨੂੰ 4 ਐਮਪੀਆਂ ਚੋਂ 3 ਐਮਪੀ ਛੱਡ ਕੇ ਬਾਗੇ ਸੀ, ਜਿਹੜੇ ਸਾਡੇ 35-40 ਜਿੱਤੇ ਸੀ ਇਹਨਾਂ ਦੇ ਐਮਐਲਏ, ਉਹਨਾਂ ਚੋਂ 20 ਬਾਗੇ ਸੀ, 10-11 ਛੱਡ ਕੇ 20 ਦੇ 22 ਦੇ ਵਿੱਚੋਂ। ਤੇ ਹੁਣ ਇਹਨਾਂ ਦਾ ਜਿਹੜਾ ਹੈਗਾ ਸਿਆਸੀ ਵਜੂਦ, ਇਹਨਾਂ ਦਾ ਵੀ ਕੈਪਟਨ ਦਾ ਤਾਂ ਹੋਇਆ ਹੀ ਪਿਆ, ਤੇ ਬੀਜੇਪੀ ਦਾ ਵੀ ਇੱਥੇ ਨਹੀਂ ਰਹਿਣਾ। ਇੱਥੇ ਸਾਰਿਆਂ ਤੌਰ ਤੇ ਆਪ ਸਮਝ ਕੇ ਕਾਂਗਰਸ ਪਾਰਟੀ ਦੀ ਸਰਕਾਰ ਲੋਕ ਬਣਾਉਣ ਦਾ ਮਨ ਬਣਾ ਚੁੱਕੇ ਹੈ, ਜੋ ਅਸੀਂ 4-4.5 ਮਹੀਨੇ ਵਿੱਚ ਸਾਡੀ ਨਵੀਂ ਚੰਨੀ ਚੇਂਜ ਵਾਲੀ ਸਰਕਾਰ ਨੇ ਕੀਤਾ ਹੈਗਾ। ਬਹੁਤ ਬਹੁਤ ਧੰਨਵਾਦ ਜੀ। ਔਰ ਸੀਐਮ ਚਿਹਰੇ ਨੂੰ ਲੈ ਕੇ ਜੇ ਤੁਸੀਂ ਟਿੱਪਣੀ ਕਰਨਾ ਚਾਹੋਗੇ, ਕੋਈ ਨਿੱਕਾ ਜਿਹਾ ਸਵਾਲ ਮੇਰਾ ਹੋਰ ਹੈ ਕਿ ਸੀਐਮ ਚਰਨਜੀਤ ਸਿੰਘ ਚੰਨੀ ਹੋਣ, ਸਿੱਧੂ ਹੋਣ, ਕਹਿੰਦੇ ਕਿ ਇਸ ਨੂੰ ਲੈ ਕੇ ਵੀ ਕਲੇਸ਼ ਚੱਲ ਰਿਹਾ। ਦੇਖੋ, ਕੋਈ ਕਲੇਸ਼ ਨਹੀਂ, ਹਰ ਗੱਲ ਦਾ ਕੋਈ ਵਕਤ ਹੁੰਦਾ ਹੈਗਾ। ਅੱਜ ਵਕਤ ਹੈਗਾ ਕਿ ਅਸੀਂ ਸੀਟਾਂ ਦੇ ਰਹੇ ਹੈਗੀਆਂ, ਨੈਸ਼ਨਲ ਪਾਰਟੀ ਹੈ, ਬੜਿਆਂ ਥਾਵਾਂ ਤੇ ਚੈਨਲਾਂ ਵਿੱਚੋਂ ਦੀ ਹੋ ਕੇ ਆਉਂਦਾ। ਕੇਜਰੀਵਾਲ ਤਾਂ ਗੀਜੇ ਚੋਂ ਕੱਢ ਕੇ ਟਿਕਟ ਦਿੰਦਾ, ਬਾਦਲ ਗੀਜੇ ਚੋਂ ਕੱਢ ਕੇ ਟਿਕਟ ਦਿੰਦਾ, ਸਾਡੇ ਸਾਰਿਆਂ ਥਾਵਾਂ ਤੋਂ ਆਉਂਦਾ। ਲੇਕਿਨ ਅਸੀਂ ਸਮਝਦੇ ਹਾਂ ਕਿ ਰਵਾਇਤਨ ਤੌਰ ਤੇ ਸਾਡੀ ਪਾਰਟੀ ਜਿਹੜੀ ਆ ਉਹ ਆਫਟਰ ਇਲੈਕਸ਼ਨ ਜੋ ਚੁਣੇ ਜਾਂਦੇ ਐਮਐਲਏ, ਫਿਰ ਉਸ ਤਰੀਕੇ ਦੇ ਨਾਲ ਇੱਕ ਅਬਜ਼ਰਵਰ ਭੇਜਦੇ ਆ ਜਿਹਨੂੰ ਮੈਜੋਰਟੀ ਐਮਐਲਏ ਚਾਹੁੰਦੇ ਉਹ ਚੁਣਿਆ ਜਾਂਦਾ ਹੈ। ਬੜਾ ਵਕਤ ਪਿਆ ਹੈਗਾ, ਸਾਡੇ ਇੱਕ ਅੱਧੀ ਵਾਰੀ ਟਰਾਈ ਕੀਤੀ ਹੈ ਇਹਨਾਂ ਨੇ ਪਹਿਲਾਂ ਬਣਾਉਣ ਦੀ, ਜਿਹਦੇ ਨਾਲ ਬਾਹਲਾ ਸਾਨੂੰ ਫਾਇਦਾ ਨਹੀਂ ਹੋਇਆ। ਸੋ ਇਸ ਕਰਕੇ ਕਿਸੇ ਨੂੰ ਵੀ ਜਿਹਨੂੰ ਬਣਾਉਣਾ ਹੈ, ਪਾਰਟੀ ਦਾ ਪ੍ਰੈਰੋਗੇਟਿਵ ਤੇ ਜੁੜੇ ਹੋਏ ਐਮਐਲਏ ਦੀ ਮਰਜ਼ੀ ਹੋਊਗੀ, ਉਹਦਾ ਵਕਤ ਆਊਗਾ ਤਾਂ ਉਸ ਵਕਤ ਉਹ ਵੀ ਬਣਾਇਆ ਜਾਊਗਾ। ਬਹੁਤ ਧੰਨਵਾਦ ਜੀ। ਸੋ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਆਪਣੇ ਹਲਕੇ ਦੇ ਵਿੱਚ ਪ੍ਰਚਾਰ ਕਰ ਰਹੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਿ ਹਲਕੇ ਦੇ ਲੋਕਾਂ ਨੂੰ ਦਿੱਕਤਾਂ ਕੀ ਆ ਰਹੀਆਂ ਨੇ, ਕੀ ਕੁਝ ਕੀਤਾ ਹਲਕੇ ਲਈ, ਇਹਨਾਂ ਨੇ ਆਪਣੇ ਕੰਮ ਗਿਣਾਏ ਨੇ, ਤੇ ਨਾਲ ਹੀ ਇਹਨਾਂ ਨੇ ਇਹ ਵੀ ਸਮੀਖਿਆ ਕੀਤੀ ਸੀ ਕਿ ਪਿਛਲੀ ਵਾਰ ਚੋਣ ਕਿਉਂ ਹਾਰੇ, ਤੇ ਨਾਲ ਹੀ ਚੈਲੰਜ ਕੀਤਾ ਪਰਮਿੰਦਰ ਸਿੰਘ ਢੀਂਡਸਾ ਹੁਣਾਂ ਨੂੰ, ਜੋ ਵਿਧਾਇਕ ਨੇ, ਉਹਨਾਂ ਨੂੰ ਕਿਹਾ ਹੈ ਕਿ ਆ ਕੇ ਬਹਿਸ ਕਰ ਲੈਣ ਤੇ ਕੰਮ ਗਿਣਾ ਦੇਣ। ਤੇ ਨਾਲ ਹੀ ਇਹਨਾਂ ਨੇ ਇਲਜ਼ਾਮ ਵੀ ਲਾਏ ਉਹਨਾਂ ਤੇ ਕਿ ਉਹਨਾਂ ਨੇ ਬਹੁਤ ਸਾਰੇ ਕੰਮ ਜਿਹੜੇ ਅਸੀਂ ਕਰਾਉਣਾ ਚਾਹ ਰਹੇ ਸੀ ਦੂਸਰੇ ਪਾਸੇ ਭੇਜ ਦਿੱਤੇ, ਕੰਮ ਨਹੀਂ ਕਰਾਉਣ ਦਿੱਤੇ ਸਾਨੂੰ, ਇਹ ਵੀ ਉਹਨਾਂ ਨੇ ਇਲਜ਼ਾਮ ਲਾਇਆ। ਤੇ ਨਾਲ ਹੀ ਕਿਹਾ ਕਿ ਖੁੱਲੀ ਚੁਣੌਤੀ ਹੈ ਪਰਮਿੰਦਰ ਢੀਂਡਸਾ ਹੁਣੀ ਆ ਕੇ ਇਹਨਾਂ ਦੇ ਨਾਲ ਬਹਿਸ ਕਰ ਲੈਣ ਕਿ ਜਿਹੜੇ ਅਸੀਂ ਕੰਮ ਚਾਹ ਰਹੇ ਸੀ ਕਰਨੇ, ਉਹ ਉਹਨਾਂ ਨੇ ਕਿਸੇ ਦੂਸਰੇ ਹਲਕਿਆਂ ਦੇ ਵਿੱਚ ਭੇਜ ਦਿੱਤੇ ਜਾਂ ਕੰਮ ਬੰਦ ਕਰਵਾ ਦਿੱਤੇ। ਦਾਅਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਕਿ ਕਾਂਗਰਸ ਪਾਰਟੀ 2022 ਦੀਆਂ ਚੋਣਾਂ ਦੇ ਵਿੱਚ 80 ਤੋਂ ਵੱਧ ਸੀਟਾਂ ਜਿੱਤੇਗੀ। ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਲਹਿਰਾ ਗਾਗਾ।